ऐसी कृपा नानक नूं बड़ी पसंद आई, क्योंकि आपां अगे भी कई बार संगत जी जिक्र करीदा है कि महाराज सच्चे पातशाह कहंदे कोई महंगे वस्त्र पावे, सारा शरीर सोने नाल लद ले, महंगे घर विच रवे, महंगे पदार्थ खावे, मैनूं वो सोहना नहीं लगता। दुनिया बेशक उन्होंने सुंदर कहेगी, अति सुंदर कहेगी, पर मेरे पातशाह महाराज की बाणी कहती वाहो वाहो करे सही जन। महाराज कहते जेड़े सिमरन करते मैनूं बड़े सोहने लगते हैं, इन्ने सोहने लगते कि मैं बयान नहीं कर सकता। वाहो वाहो करे सही जन सोहने, तिन को प्रजा पूजन आई। ऐसियां रूहां जिन्हों दुनिया ने पूजिया है, सत्कार दिते ने, मान दिते ने, तो इस करके महाराज दियां नज़रां च सोहने बनने वास्ते आपां भी आए हाँ। महाराज किते गरीबां नूं भी नवाज दिओ, सो आओ सतगुरां दी हजूरी जुड़न दा यतन करिए जी सारे प्यार दे विच। इस मन नूं होड़ के मोड़ के तोड़ के गुरु चरणां च जोड़ के रस प्राप्त करिओ। गुरु महाराज जी का यह रस जे एक बारी आउण लग पवे तो फिर आनंद बन जाता है, पर वडभागियां नूं यह रस आउंदा है, हर एक नूं नहीं आ सकता। आओ सारी संगत जुड़िओ जी प्यार दे विच। एक ओंकार करता पुरख निर्वैर अजूनी सैभं। एक ओंकार करता पुरख करता पुरख निर्वैर अजूनी सैभं। एक ओंकार करता पुरख निर्वैर
ਸੈਭੰ ਏਕ ਓੰਕਾਰ ਕਰਤਾ ਪੁਰਖ ਨਿਰਵੈਰ ਅਜੂਨੀ ਸੈਭੰ ਏਕ ਓੰਕਾਰ ਕਰਤਾ ਪੁਰਖ ਨਿਰਵੈਰ ਅਜੂਨੀ ਸੈਭੰ ਏਕ ਓੰਕਾਰ ਕਰਤਾ ਪੁਰਖ ਨਿਰਵੈਰ ਅਜੂਨੀ ਸੈਭੰ ਸਤਿਗੁਰ ਹੋਏ ਦਇਆਲ ਸਤਿਗੁਰ ਹੋਏ ਦਇਆਲ ਸਤਿਗੁਰ ਹੋਏ ਦਇਆਲ ਸਤਿਗੁਰ ਹੋਏ ਦਇਆਲ ਸ਼ਰਧਾ ਪੂਰੀਐ ਤਾਂ ਸ਼ਰਧਾ ਪੂਰੀਐ ਸਤਿਗੁਰ ਹੋਏ ਦਇਆਲ ਸਤਿਗੁਰ ਹੋਏ ਦਇਆਲ ਨਾ ਕਬਹੂ ਚੋਰੀਐ ਨਾ ਕਬਹੂ ਚੋਰੀਐ ਸਤਿਗੁਰ ਹੋਏ ਦਇਆਲ ਸਤਿਗੁਰ ਹੋਏ ਦਇਆਲ ਨਾ ਕਬਹੂ ਚੋਰੀਐ ਨਾ ਕਬਹੂ ਚੋਰੀਐ ਸਤਿਗੁਰ ਹੋਏ ਦਇਆਲ ਸਤਿਗੁਰ ਹੋਏ ਦਇਆਲ ਸਾਧ ਸੰਗਤ ਜੀ ਕੋਈ ਮਨੁੱਖ ਦਿਆਲ ਹੋ ਜੇ ਉਹ ਫਿਰ ਵੇਂਦਾ ਹੀ ਕੁਛ ਨਹੀਂ। ਇੱਕ ਦਿਆਲ ਇੱਦਾਂ ਦੀ ਬਖਸ਼ਿਸ਼ ਹੈ, ਆਪਾਂ ਕਹਿੰਦਾ ਜੀ ਫਲਾਣਾ ਦਿਆਲ ਹੋਇਆ, ਆਪਣੀ ਗੱਡੀ ਕਿਸੇ ਨੂੰ ਦੇ ਗਿਆ, ਫਲਾਣਾ ਦਿਆਲ ਹੋਇਆ ਆਪਣੀ ਕੋਠੀ ਕਿਸੇ ਨੂੰ ਦੇ ਗਿਆ, ਫਲਾਣਾ ਦਿਆਲ ਹੋਇਆ ਕਹਿੰਦਾ ਜਾ ਤੇਰਾ 10 ਲੱਖ ਲੈਣਾ ਤੈਨੂੰ ਛੱਡਿਆ ਹੋਏ। ਜਦੋਂ ਕੋਈ ਦਿਆਲ ਹੁੰਦਾ, ਮੇਰੇ ਹਜ਼ੂਰ ਬਾਣੀ 'ਚ ਕਹਿੰਦੇ ਜਦੋਂ ਮੇਰਾ ਸਤਿਗੁਰੂ ਦਿਆਲ ਹੁੰਦਾ ਨਾ ਸਾਰੇ ਦੁੱਖ ਹੀ ਖਤਮ ਕਰ ਦਿੰਦਾ। ਸਤਿਗੁਰ ਹੋਏ ਦਇਆਲ ਤਾਂ ਦੁੱਖ ਨਾ ਕਹਿੰਦੇ, ਜਿਨ੍ਹਾਂ ਰੂਹਾਂ ਤੇ ਸਤਿਗੁਰੂ ਦਇਆਲ ਹੋ ਗਏ ਉਹਨਾਂ ਦੁੱਖ ਨੂੰ ਜਾਣਿਆ ਹੀ ਨਹੀਂ। ਵੇਖੋ ਭਾਈ ਦਿਆਲਾ ਜੀ ਤੇ ਸਤਿਗੁਰੂ ਦਇਆਲ ਹੀ ਹੈ। ਇੰਨਾ ਤੱਤਾ ਪਾਣੀ ਜਿਹਦੇ ਵਿੱਚ ਬਿਠਾਤਾ, ਹੱਡੀਆਂ ਤੋਂ ਮਾਸ ਜੁਦਾ ਹੋ ਗਿਆ, ਪਰ ਸਿੱਖ ਦਾ ਚਿਹਰਾ ਹੱਸਦਾ ਏ। ਭਾਈ ਮਤੀ ਦਾਸ ਜੀ ਨੂੰ ਆਰੇ ਨੇ 2 ਟੋਟੇ ਕਰਤਾ, ਪਰ ਦੁੱਖ ਜਾਣਿਆ ਹੀ ਨਹੀਂ, ਚਿਹਰਾ ਹੱਸਦਾ ਏ।
ਇੱਕੋ ਗੱਲ ਕਹਿੰਦਾ ਸੀ। ਕਾਜੀ ਕਹਿਣ ਲੱਗਾ ਤੇਰੀ ਇੱਛਾ ਕੀ ਹੋਏ, ਅਸਾਂ ਤੈਨੂੰ ਚੀਰ ਦੇਣਾ ਹੈ, ਸਾਂਝੀ ਕਰ ਲੈ। ਉਸ ਵੇਲੇ ਕਿਸੇ ਵਿਦਵਾਨ ਦੀ ਕਲਮ ਨੇ ਲਿਖਿਆ, ਕਹਿੰਦੇ ਕਾਜੀ ਆਖ ਦਾ ਸੁਣ ਮਤੀ ਦਾਸਾ। ਦਰਸ਼ਨ ਕਰਿਓ ਜੀ, ਦਿੱਲੀ ਪਹੁੰਚਿਓ। ਸੁਰਤ ਕਰਕੇ ਚਾਂਦਨੀ ਚੌਂਕ ਮਹਾਰਾਜ ਬੈਠੇ ਚੌਂਕੜਾ ਲਾ ਕੇ, ਅੱਜ ਵੀ ਤਖਤ ਤੇ ਆ। ਚਾਹੁਣਾ ਏ ਮੂੰਹ ਚੋਂ ਮੰਗ ਤਾਂ ਸਹੀ, ਹਾਜ਼ਰ ਇਸੇ ਘੜੀ ਪਾਲੋਗੇ। ਦਸ ਮਤੀ ਦਾਸਾ ਹੁਣ ਤੇਰੀ ਮੌਤ ਸਿਰ ਤੇ ਕੀ ਦਈਏ। ਹੱਸ ਕੇ ਪਤਾ ਕੀ ਕਹਿੰਦਾ, ਕਹਿੰਦਾ ਓਏ ਨਾਮ ਰਾਦੋ ਬੇਸ਼ਕਲੋ ਤੇ ਬੇਅਕਲੋ, ਓਏ ਤੁਹਾਡੇ ਤੋਂ ਆਸ ਵੀ ਕੋਈ ਕੀ ਰੱਖ ਸਕਦਾ। ਤੁਸੀਂ ਮੇਰੀਆਂ ਆਸਾਂ ਪੂਰੀਆਂ ਕਰੋਗੇ। ਮੈਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਵਾਲਾ ਸਿੱਖ ਹੈ, ਮੇਰੀਆਂ ਆਸਾਂ ਇੱਕੋ ਹੀ ਪੂਰੀਆਂ ਕਰਦਾ ਜਿਹਨੂੰ ਬਾਣੀ ਕਹਿੰਦੀ ਇੱਛਾ ਪੂਰਕ ਸਰਬ ਸੁਖ ਦਾਤਾ ਹਰ। ਜਾਗ ਕੇ ਉਹਦੇ ਕੋਲ ਤਾਂ ਪਤਾ ਨਹੀਂ ਕਿੰਨੀਆਂ ਕੁ ਕਾਮ ਧੇਨ ਗਊ ਵਧੀਆਂ ਪਈਆਂ, ਕਿੰਨੇ ਕੁ ਕਲ ਪੱਤਰ ਬ੍ਰਿਸ਼ ਹੈ। ਚੱਲ ਫੇਰ ਵੀ ਕਾਜੀ ਸਾਹਿਬ ਤੂੰ ਧਾਰਮਿਕ ਬੰਦਾ ਹੈ, ਤੁਸੀਂ ਭਾਵੇਂ ਮੇਰੇ ਗੁਰੂ ਦਾ ਨਰਾਦਰ ਕਰ ਦਿਓ, ਪਰ ਮੇਰਾ ਗੁਰੂ ਕਹਿੰਦਾ ਦੁਸ਼ਮਣ ਦਾ ਵੀ ਸਤਿਕਾਰ ਕਰਿਓ, ਕਿਉਂਕਿ ਮੇਰਾ ਫਰੀਦ ਕਹਿੰਦਾ ਬੁਰੇ ਦਾ। ਇਸ ਕਰਕੇ ਕਾਜੀ ਸਾਹਿਬ ਉਰੇ ਆ, ਜੇ ਤੂੰ ਸੁਣਨਾ ਹੀ ਚਾਹਣਾ ਹੈ ਮੇਰੀ ਇੱਛਾ ਤੇ ਫਿਰ ਪੂਰੀ ਕਰੇਗਾ। ਕਹਿੰਦਾ ਜ਼ਰੂਰ ਕਬੂਲ ਹੋਵੇਗੀ। ਹਸ ਆਖਦਾ ਮਤੀ ਦਾਸ ਸੁਣ ਕਾਜੀਆ ਵੇ, ਮੇਰੀ ਆਖਰੀ ਇੱਛਾ ਹੱਲ ਹੋਵੇ। ਜਦੋਂ ਸਿਰ ਤੇ ਮੇਰੇ ਫਿਰਿਆਰਾ, ਤੇ ਮੇਰਾ ਮੁਖੜਾ ਗੁਰੂ ਦੇ ਵੱਲ ਹੋਵੇ। ਸਾਧ ਸੰਗਤ ਤੁਸੀਂ ਸੁਣਿਆ, ਪਰ ਕਿੰਨਾ ਪਿਆਰ ਕਰਦਾ ਸੀ ਮਤੀ ਦਾਸ, ਕਿ ਮੌਤ ਸਾਹਮਣੇ ਹੋਵੇ ਵੱਡੇ ਵੱਡਿਆਂ ਨੂੰ ਰੱਬ ਭੁੱਲ ਜਾਂਦਾ, ਵੱਡੇ ਵੱਡਿਆਂ ਦਾ ਰੋਣ ਨਿਕਲ ਜਾਂਦਾ, ਪਰ ਕਿੰਨਾ ਇਸ਼ਕ ਸੱਚਾ ਤੇ ਸੁੱਚਾ। ਕਹਿੰਦੇ ਕਾਜੀ ਸਾਹਿਬ ਪਹਿਲੀ ਗੱਲ ਤੇ ਮੈਂ ਤੇਰੇ ਤੋਂ ਕੁਝ ਮੰਗਦਾ ਨਹੀਂ, ਪਰ ਫਿਰ ਵੀ ਤੇਰਾ ਅਹੁਦਾ ਉੱਚਾ ਇਸਲਾਮ ਦੇ ਵਿੱਚ, ਮੈਂ ਤੇਰੀ ਕਦਰ ਕਰਦਾ। ਗੁਰੂ ਕਾ ਸਿੱਖ ਦੁਸ਼ਮਣ ਦੀ ਵੀ ਤੋਹੀਨ ਨਹੀਂ ਕਰਦਾ। ਇਹ ਉਹ ਘਰ ਹੈ ਜਿੱਥੇ ਭਾਈ ਕਨ੍ਹਈਆ ਦੁਸ਼ਮਣ ਨੂੰ ਵੀ ਪਾਣੀ ਪਿਆਉਂਦਾ। ਕਿਸੇ ਨੇ ਆਖਿਆ ਸਤਿਗੁਰੂ ਤੇਰੇ ਪੁੱਤਾਂ ਨੂੰ ਕੋਈ ਟੋਟੇ ਟੋਟੇ ਕਰੇ, ਉਹਨੂੰ ਪਾਣੀ ਪਿਆਉਣਾ ਚਾਹੀਦਾ। ਮਹਾਰਾਜ ਕਹਿੰਦੇ ਕੌਣ ਪਿਆ ਰਿਹਾ? ਕਹਿੰਦੇ ਭਾਈ ਕਨ੍ਹਈਆ। ਮਹਾਰਾਜ ਕਹਿੰਦੇ ਪੁੱਤ ਤੂੰ ਪਾਣੀ ਪਿਆ ਰਿਹਾ ਹੈ, ਮੇਰੇ ਪੁੱਤ ਟੋਟੇ ਕੀਤੇ ਉਹਨਾਂ ਨੇ। ਕਹਿਣ ਲੱਗੇ ਮਹਾਰਾਜ ਆਪੇ ਤੇ ਕਥਾ ਵਿੱਚ ਕਹਿੰਦੇ ਹੁੰਦੇ ਹੋ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਵੀ ਸਾਰਿਆਂ ਦੇ ਵਿੱਚ ਉਹ ਹੀ ਹੈ। ਤੇ ਮਹਾਰਾਜ ਫਿਰ ਮੈਨੂੰ ਤਾਂ ਤੁਸੀਂ ਦਿਸਦੇ ਹੈ। ਮੇਰੇ ਹਜ਼ੂਰ ਪਾਤਸ਼ਾਹ ਇੰਨੇ ਮੁਸਕਰਾਏ ਗਲਵੱਕੜੀ ਪਾ ਕੇ, ਕਹਿੰਦੇ ਮੈਂ ਗੱਲ ਪੂਰੀ ਕਿੱਥੇ ਕੀਤੀ ਹੈ ਭਾਈ ਕਨ੍ਹਈਆ, ਮੈਂ ਇੰਨਾ ਪੁੱਛਿਆ ਪਾਣੀ ਤੂੰ ਪਿਆਉਂਦਾ ਸੈਂ, ਤੂੰ ਤਾਂ ਅੱਗੋਂ ਬਹੁਤ ਦੂਰ ਚਲੇ ਗਿਆ, ਮੇਰੀ ਗੱਲ ਪੂਰੀ ਨਹੀਂ ਹੋਈ। ਮਹਾਰਾਜ ਕਰੋ। ਪਾਤਸ਼ਾਹ ਕਹਿੰਦੇ ਮੈਂ ਤੇ ਕਹਿਣਾ ਸੀ ਨਾਲ ਪੱਟੀਆਂ ਵੀ ਕਰ ਦਿਆ ਕਰ। ਇਹ ਸਾਡੇ ਗੁਰੂ ਦਾ ਆਸ਼ਾ ਹੈ। ਤੇ ਆਪਣਾ ਗੁਰੂ ਇੰਨਾ ਪਵਿੱਤਰ ਸੋਚ ਦਾ ਮਾਲਕ ਹੈ, ਤੇ ਉਹਦੇ ਸਿੱਖ ਕਿਤੇ ਘਟੀਆ ਸੋਚ ਵਾਲੇ ਹੋ ਸਕਦੇ? ਉਹਦਾ ਸਿੱਖ ਕਿਤੇ ਇੱਦਾਂ ਦੀ ਸੋਚ ਰੱਖੂਗਾ ਕਿ ਮੈਂ ਆਪਣੇ ਭਰਾ ਨੂੰ, ਆਪਣੇ ਮਿੱਤਰ ਨੂੰ, ਆਪਣੇ ਬੱਚੇ ਨੂੰ ਧੋਖਾ ਦੇਵਾਂ? ਕਦੇ ਇਕੱਲੇ ਸੋਚ ਕੇ ਵੇਖਿਓ। ਜੇ ਤਾਂ ਇਹ ਤੁਹਾਡੇ 'ਚ ਗੁਣ ਹੈਗਾ ਏ ਤੇ ਤੁਸੀਂ ਸਿੱਖ ਜੇ ਤੁਹਾਡੇ 'ਚ ਇਹ ਗੁਣ ਨਹੀਂ ਤੇ ਤੁਸੀਂ ਮੁਸਲਮਾਨ ਤੋਂ ਵੀ ਗਿਰੇ ਆ। ਤੁਮਾਰੇ ਸੱਚੇ ਪਾਤਸ਼ਾਹ ਕਿਰਪਾ ਕਰਦੇ, ਦਇਆ ਕਰਦੇ ਨੇ। ਮੇਰੇ ਹਜ਼ੂਰ ਨੂੰ ਇੰਨਾ ਸੱਚਾ ਸੁੱਚਾ ਇਸ਼ਕ। ਕਹਿੰਦੇ ਕਾਜੀ ਸਾਹਿਬ ਮੇਰੀ ਇੱਛਾ ਇਹ ਹੈ ਵੀ ਜਦੋਂ ਮੈਨੂੰ ਚੀਰਿਓ ਨਾ ਤੇ ਮੇਰੇ ਸਿਰ ਤੇ ਆਰਾ ਚੱਲੇ ਤੇ ਮੇਰੇ ਸਾਹਮਣੇ ਗੁਰੂ ਤੇਗ ਬਹਾਦਰ ਸਾਹਿਬ ਹੋਣਾ, ਮੈਂ ਉਹਨਾਂ ਨੂੰ ਵੇਖੀ ਜਾਵਾਂ। ਤੇ ਅੱਜ ਸਿੱਖੋ ਆਪਣੇ ਕੋਲ ਕੋਠੀਆਂ, ਗੱਡੀਆਂ, ਕਾਰਾਂ, ਕਿੰਨਾ ਕੁਝ ਦਿੱਤਾ, ਆਪਾਂ ਕਦੇ ਗੁਰੂ ਦੇ ਸਾਹਮਣੇ ਹੋਏ ਨਾ। ਦੁਨਿਆਵੀ ਤੌਰ ਤੇ ਕਿਤੇ 10-5 ਮਿੰਟ ਮੱਥਾ ਟੇਕਣ ਆਈਦਾ, ਪਰ ਗੁਰੂ ਦੇ ਸਾਹਮਣੇ ਨਹੀਂ ਹੋ ਸਕੇ। ਇਸ ਕਰਕੇ ਆਓ ਜਿਨ੍ਹਾਂ ਨੂੰ ਪਿਆਰ ਮਿਲਿਆ ਗੁਰੂ ਦੇ ਸਾਹਮਣੇ ਹੋਣ ਦਾ, ਉਹਨਾਂ ਸਿੱਧਾਂ ਦੀ, ਉਹਨਾਂ ਮਹਾਂਪੁਰਖਾਂ ਦੀ ਕਥਾ ਅੱਜ ਚੱਲ ਰਹੀ ਹੈ ਜੋ ਆਪ ਸੰਗਤਾਂ ਸੁਣ ਰਹੇ ਹੋ। ਕਿਸੇ ਵਿਦਵਾਨ ਦੇ ਸ਼ਬਦ ਨੇ, ਧਿਆਨ ਨਾਲ ਸੁਣਿਓ ਜੀ। 2 ਮਿੰਟ ਵਾਸਤੇ ਵਾਹਿਗੁਰੂ ਵਾਹਿਗੁਰੂ।
ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਸਾਧੂਆਂ ਨੂੰ ਮਿਲ ਰਹੇ ਹੈ। ਕੱਲ ਆਪਾਂ ਸਰਵਣ ਕੀਤਾ ਸੀ, ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕਹਿੰਦੇ ਜੀ ਤੁਹਾਡਾ ਨਾਂ ਕੀ ਆ? ਮਹਾਰਾਜ ਕਹਿੰਦੇ ਪਹਿਲਾਂ ਤੁਸੀਂ ਦੱਸੋ ਤੁਹਾਡਾ ਨਾਂ ਕੀ ਹੈ? ਕਿੰਨੇ ਕਰਮ ਚੰਗੇ ਹੈ ਜੀ ਜਿਨ੍ਹਾਂ ਨਾਲ ਰੱਬ ਸਲਾਵਾਂ ਕਰਦਾ। ਕਹਿੰਦੇ ਦੱਦਾ ਆਖੇ ਦੂਰ ਬੜੀ ਮੰਜ਼ਿਲ ਫਕੀਰੀ ਵਾਲੀ, ਦੱਦਾ ਆਖੇ ਦੂਰ ਬੜੀ ਮੰਜ਼ਿਲ ਫਕੀਰੀ ਵਾਲੀ, ਕਿਸੇ ਨੂੰ ਕੀ ਪਤਾ ਸਾਧੂ ਕਿੱਥੇ ਨੇ ਬਰਾਜਦੇ। ਹਾਂਜੀ, ਦੱਦਾ ਆਖੇ ਦੂਰ ਬੜੀ ਮੰਜ਼ਿਲ ਫਕੀਰੀ ਵਾਲੀ, ਕਿਸੇ ਨੂੰ ਕੀ ਪਤਾ ਸਾਧੂ ਕਿੱਥੇ ਨੇ ਬਰਾਜਦੇ। ਸੁਣ ਤੇ ਸਮਾਧੀਆਂ ਨੂੰ ਲਾਈ ਬੈਠੇ ਪਿਆਰ ਨਾਲ, ਦੁਨੀਆ ਕੀ ਜਾਣੇ ਸਾਧੂ ਸੁੱਤੇ ਕੇ ਜਾਗਦੇ। ਕਹਿਣ ਲੱਗੇ ਦੁਨੀਆ ਕੀ ਜਾਣੇ ਸਾਧੂ, ਤਸਬੀ ਨਾ ਮਾਲਾ ਭੇਸ ਭਗਵਾਨ ਨਾ ਕਾਲਾ। ਤਸਬੀ ਨਾ ਮਾਲਾ ਭੇਸ ਭਗਵਾਨ ਨਾ ਕਾਲਾ, ਸਲਾਮ ਦਇਆ ਕਿੱਥੇ ਹੋਣੇ ਨਮਾਜ਼ ਦੇ। ਰੰਗ ਬਰੰਗੀ ਦੁਨੀਆ ਪੂਜਦੀ ਪਖੰਡੀਆਂ ਨੂੰ, ਰੰਗ ਬਰੰਗੀ ਦੁਨੀਆ ਪੂਜਦੀ ਪਖੰਡੀਆਂ ਨੂੰ, ਵਿਰਲੇ ਸਰੋਤੇ ਪਿਆਰਿਆਂ ਦੇ ਰਾਗ ਦੇ। ਰੱਬ ਦੀ ਗੱਲ ਸੁਣ ਲਈ ਵੀ ਗੁਰਦੇ ਚਾਹੀਦੇ ਆ, ਦਿਲ ਚਾਹੀਦਾ, ਫਿਰ ਜਾ ਕੇ ਦਰਸ਼ਨ ਹੁੰਦੇ ਹਨ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਦੇ ਪਰਸੀਦੇ ਸੁਣ ਕਰ ਨਾਮੋ। ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਦੇ ਦਾਤੇ, ਦਇਆ ਦੇ ਸਾਗਰ। ਮਹਾਰਾਜ ਕਹਿੰਦੇ ਸੰਤ ਜੀ ਤੁਹਾਡਾ ਕੀ ਨਾਂ ਹੈ? ਸਾਧੂ ਬੰਦਗੀ ਦੇ ਨਾਲ ਭਰਿਆ ਹੱਥ ਜੋੜ ਕੇ ਕਹਿੰਦਾ ਗੁਰੂ ਨਾਨਕ ਜੀ ਮੇਰਾ ਨਾਮ ਹੈ ਸੰਤ ਰੇਣ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਦੇ ਮੁਖ ਤੋਂ ਸੁਣਿਆ, ਮਹਾਰਾਜ ਪ੍ਰਸੰਨ ਹੋਏ ਹਨ। ਕਹਿੰਦੇ ਜਿੱਦਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਵੀਆਂ ਦੇ ਬੋਲ ਸੁਣਦੇ ਸੀ ਨਾ, ਤੇ ਜਿਹੜਾ ਕਵੀ ਮਹਾਰਾਜ ਨੂੰ ਪਸੰਦ ਆ ਜਾਂਦਾ ਸੀ ਉਹਨੂੰ ਮਾਇਆ 'ਚ ਤੋਲ ਦਿੰਦੇ ਸੀ। ਇੱਕ 2 ਮਿੰਟ ਦੀ ਯਾਦ ਆ ਗਈ, ਮੈਂ ਕਹਿ ਜਾਵਾਂ। ਇੱਕ ਗਰੀਬ ਜਿਹਾ ਕਵੀ, ਉਹਦੇ ਕੱਪੜੇ ਪਾਟੇ ਤੇ ਪੈਰਾਂ 'ਚ ਜੋੜਾ ਵੀ ਨਹੀਂ, ਤੇ ਉਹਨੂੰ ਕਿਸੇ ਨੇ ਦੱਸਿਆ ਉਹ ਕਵਿਤਾ ਬੜੀ ਸੋਹਣੀ ਲਿਖਦਾ ਸੀ, ਉਹਦੀ ਆਵਾਜ਼ ਵੀ ਬੜੀ ਪਿਆਰੀ ਸੀ। ਕਿਸੇ ਨੇ ਉਹਨੂੰ ਕਹਿਤਾ, ਕਹਿੰਦੇ ਤੂੰ ਲੋਕਾਂ ਦੇ ਘਰਾਂ 'ਚ ਕਵਿਤਾ ਸੁਣਾਉਣਾ, ਲੋਕਾਂ ਦੇ ਬੂਹਿਆਂ 'ਚ ਸੁਣਾਉਣਾ ਏ, ਤੈਨੂੰ ਕੀ ਦਿੰਦੇ ਆ? ਕਹਿੰਦਾ ਕੋਈ ਆਟਾ ਦੇ ਦਿੰਦਾ, ਕੋਈ ਚਾਹ ਪਾਣੀ ਛਕਾ ਦਿੰਦਾ, ਕੋਈ ਕੱਪੜੇ ਦੇ ਦਿੰਦਾ। ਕਹਿੰਦੇ ਇੱਕ ਵਾਰ ਕੋਸ਼ਿਸ਼ ਕਰੀ, ਦੁਨੀਆ ਦੇ ਉੱਤੇ ਦੁਨੀਆ ਦਾ ਵਾਲੀ ਆਇਆ, ਕਿਤੇ ਉਹਦੇ ਦਰਬਾਰ ਦੇ ਵਿੱਚ ਜਾ ਕੇ 2 ਕਵਿਤਾ ਸੁਣਾਈ, ਕਿਉਂਕਿ ਦੁਨੀਆ ਦੇ ਵਿਹੜਿਆਂ 'ਚ ਸੁਣਾਉਣ ਜੋਗਾ ਰਵੇਂਗਾ ਤੇ ਸਾਰੀ ਜ਼ਿੰਦਗੀ ਮੰਗਦਾ ਹੀ ਰਵੇਂਗਾ। ਪਰ ਉਹਦੇ ਘਰ ਜਾ ਕੇ ਕਿਤੇ ਗਾਲੀ ਸੰਗਤੇ ਨੋਟ ਕਰ ਲਿਓ, ਮੇਰੀ ਵੀ ਰੋਜੀ, ਤੁਸੀਂ ਵੀ ਵਿਚਰਦੇ ਦੇਸ਼ਾਂ ਵਿਦੇਸ਼ਾਂ 'ਚ, ਜਿੰਨਾ ਬੰਦਾ ਜ਼ਿੰਦਗੀ ਸਟਰਗਲ ਕਰਦਾ, ਮਿੱਠਾ ਬੋਲਦਾ, ਸਾਰਿਆਂ ਦਾ ਸਤਿਕਾਰ ਕਰਦਾ, ਉਹਦੇ ਪਿੱਛੇ ਉਹਦੀ ਵੀ ਕੋਈ ਲੋੜ ਹੈ, ਉਹਦਾ ਨਹੀਂ। ਇਹ ਦੁਨੀਆ ਦੀ ਫਿਦਰਤ ਹੈ। ਤੋ ਇਸ ਕਰਕੇ ਮਹਾਰਾਜ ਕਹਿੰਦੇ ਤੂੰ ਕਈਆਂ ਦੇ ਵਿਆਹਾਂ 'ਚ ਗਾਇਆ, ਮਰਗਾਂ ਤੇ ਵੈਣ ਪਾਏ, ਕਿੰਨੀ ਦੁਨੀਆ 'ਚ ਕੀਤਾ, ਪਰ ਤੇਰਾ ਥਾਂ ਨਹੀਂ ਪੈਣਾ। ਆ ਜਿਹੜਾ ਤੂੰ ਸੰਗਤ ਵਿੱਚ ਆ ਕੇ 2 ਘੜੀਆਂ ਗਾ ਲੈਣਾ ਨਾ, ਸਿਮਰਨ ਮੂਲ ਮੰਤਰ ਕੋਈ ਧਾਰਨਾ ਯਾਦ ਰੱਖੀ, ਗੁਰੂ ਨਾਨਕ ਦੇ ਵਿਹੜੇ 'ਚ ਗਾਉਣ ਵਾਲਿਆਂ ਨੂੰ ਤਖਤ ਮਿਲਦੇ ਐ, ਲੋਕਾਂ ਦੇ ਵਿਹੜਾਂ 'ਚ ਗਾਉਣ ਵਾਲਿਆਂ ਨੂੰ ਮਠਿਆਈਆਂ ਮਿਲਦੀਆਂ। ਤੋ ਇਸ ਕਰਕੇ ਕਿਸੇ ਨੇ ਕਹਿਤਾ, ਕਵੀ ਜੀ ਜਾ ਕਿਤੇ ਇੱਕ ਵਾਰੀ, ਮੇਰਾ ਦਿਲ ਕਹਿੰਦਾ ਗੁਰੂ ਗੋਬਿੰਦ ਸਿੰਘ ਦੇ ਦਰਬਾਰ 'ਚ ਗਾ ਕੇ ਆ, ਤੇਰਾ ਮੁੱਲ ਪੈ ਜਾਊਗਾ। ਹੁਣ ਉਹ ਵਿਚਾਰਾ ਗਰੀਬ, ਕੱਪੜੇ ਉਹਦੇ ਪਾਟੇ ਐ, ਪੈਰਾਂ 'ਚ ਉਹਦੇ ਜੋੜਾ ਨਹੀਂ, ਗੰਦੀ ਜੀ ਪੱਗ ਬੱਧੀ ਹੈ, ਪਰ ਉਹਨੂੰ ਰੱਬ ਨੇ ਗੁਣ ਬੜਾ ਦਿੱਤਾ। ਸਾਰੀਆਂ ਚੀਜ਼ਾਂ ਰੱਬ ਕਿਸੇ ਨੂੰ ਨਹੀਂ ਦਿੰਦਾ ਜੀ। ਆਵਾਜ਼ ਦਿੱਤੀ ਕੋਇਲ ਨੂੰ, ਹਾਂ ਜੀ, ਰੂਪ ਖੋਲਿਆ, ਰੰਗ ਕਾਲਾ ਵਿਚਾਰੀ ਦਾ। ਇਸ ਕਰਕੇ ਸਾਰੇ ਤੋਹਫੇ, ਸਾਰੀਆਂ ਚੀਜ਼ਾਂ ਰੱਬ ਨਹੀਂ ਦਿੰਦਾ ਕਿਸੇ ਨੂੰ ਵੀ। ਗੁਰੂ ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਿਰਪਾ ਕਰਨ। ਕਹਿੰਦੇ ਆਵਾਜ਼ ਦਿੱਤੀ ਕੋਇਲ ਨੂੰ, ਰੂਪ ਖੋਲਿਆ, ਰੂਪ ਦਿੱਤਾ ਮੋਰ ਨੂੰ, ਇੱਛਾ ਖੋਲੀ, ਇੱਛਾ ਦਿੱਤੀ ਇਨਸਾਨ ਨੂੰ, ਸੰਤੋਖ ਖੋਲਿਆ, ਸੰਤੋਖ ਦਿੱਤਾ ਸਾਧੂ ਨੂੰ, ਸੰਸਾਰ ਖੋਲਿਆ।
ਹੁਣ ਸੰਤੋਖ ਹੈ ਨਾ ਸਾਧੂਆਂ ਕੋਲੇ ਜਿਨ੍ਹਾਂ ਦੀ ਕਥਾ ਚੱਲ ਰਹੀ। ਤੇ ਮਹਾਰਾਜ ਸਾਹਿਬ ਜੀ ਕਹਿੰਦੇ ਤੁਸੀਂ ਇੱਥੇ ਬੈਠੇ ਹੋ, ਵਿਆਹ ਨਹੀਂ ਕਰਾਇਆ, ਬੱਚੇ ਕਾਰੋਬਾਰ, ਦਿਲ ਨਹੀਂ ਕਰਦਾ ਵੀ ਅਸੀਂ ਵੀ ਕੋਈ ਆਪਣਾ ਘਰ ਬਣਾਈਏ, ਬੱਚੇ ਸਾਰਾ ਸਿੱਧ। ਕਹਿੰਦੇ ਮਹਾਰਾਜ ਕੀ ਫਾਇਦਾ, ਥੋੜੇ ਜਿਹੇ ਪਿਆਰ ਦੇ ਬਦਲੇ ਲੰਮਾ ਦੁੱਖ ਝੱਲਣਾ ਏ। 2 ਘੜੀਆਂ ਦਾ ਪਿਆਰ ਤੇ ਵਿਛੋੜਾ ਸਦੀਆਂ ਦਾ, ਇਹ ਰਹਿਣ ਹੀ ਦਿਓ, ਇਹ ਸਤਾਵੇਗਾ। ਇਸ ਕਰਕੇ ਕਹਿੰਦੇ ਸੰਤੋਖ ਦਿੱਤਾ ਸੰਤ ਨੂੰ, ਸੰਸਾਰ ਖੋਲਿਆ। ਤੋ ਇਸ ਕਰਕੇ ਗਰੀਬ ਨਵਾਜ ਕਿਰਪਾ ਕੀਤੀ। ਉਹ ਗਾਉਂਦਾ ਬੜਾ ਸੋਹਣਾ ਏ, ਲਿਖਾਈ ਬੜੀ ਪਿਆਰੀ ਹੈ। ਆ ਗਿਆ ਚੱਲਦਾ ਚੱਲਦਾ, ਕਟੌਚ ਤੋਂ ਚੱਲਿਆ ਹੋਇਆ ਤੇ ਮਹਾਰਾਜ ਦੇ ਦਰਬਾਰ, ਸ਼ਾਮਾਂ ਦਾ ਕਵੀ ਦਰਬਾਰ ਸੀ ਜਿੱਦਾਂ ਤੁਸੀਂ ਟਾਈਮ ਨਾ ਆਉਂਦੇ ਜੇ, ਤੇ ਉਹ ਪਹਿਲਾਂ ਹੀ ਆ ਗਿਆ। ਕਹਿੰਦੇ ਵੀ ਕਵੀ ਦਰਬਾਰ ਕਿੱਥੇ ਲੱਗਦਾ? ਕਹਿੰਦੇ ਵੀ ਇੱਥੇ ਲੱਗਣਾ, ਵੀ ਸੰਗਤਾਂ ਬਹਿਣੀਆਂ ਸ਼ੁਰੂ ਹੋ ਗਈਆਂ, ਅੱਜ ਵੀ ਉਹੋ ਹੀ ਰੂਹਾਂ। ਕਹਿੰਦੇ ਆਉਣ ਵਾਲੇ ਸਤਿਗੁਰੂ ਤਖਤ ਤੇ ਫਿਰ ਦਰਬਾਰ ਸਜਣਾ ਏ, ਫਿਰ ਕਵੀ ਆ ਕੇ ਬੋਲਣੇ ਆ। ਉਹ ਵਿਚਾਰਾ ਬੜੀ ਤਿਆਰੀ ਚ ਆਪਦਾ ਜਿੰਨਾ ਵੀ ਜੋਗਾ ਉਹਨੇ ਆਪਣਾ ਆਪ ਸਵਾਰਿਆ। ਤੇ ਜਦੋਂ ਅੰਦਰ ਲੰਘਣ ਲੱਗਾ ਤੇ ਦਰਬਾਨਚੀ ਜਿਹੜੇ ਸੀ ਪਹਿਰੇ ਵਾਲੇ, ਬਰਛੇ ਵਾਲੇ, ਉਹ ਕਹਿੰਦੇ ਕਿੱਧਰ ਮੂੰਹ ਚੱਕਿਆ, ਇੱਥੇ ਕਵੀਆਂ ਨੂੰ ਥਾਂ ਮਿਲਦੀ ਹੈ, ਤੂੰ ਕਿੱਧਰ ਤੁਰਿਆ ਜਾਂਦਾ ਸਟੇਜ ਵੱਲ? ਕਹਿੰਦਾ ਮੈਂ ਵੀ ਕਵੀ ਹਾਂ। ਆਖੋ ਸਤਨਾਮ। ਕਹਿੰਦੇ ਸ਼ਕਲ ਵੇਖੀ ਤੂੰ, ਕੱਪੜੇ ਵੇਖੇ ਤੂੰ, ਕਵੀਆਂ ਦੇ ਕੱਪੜੇ ਤੇ ਲਿਸ਼ਕਾਂ ਮਾਰਦੇ, ਮਲਮਲ ਦੀਆਂ ਪੱਗਾਂ, ਗਲ 'ਚ ਰੇਸ਼ਮ ਦੇ ਹਜੂਰੀਏ, ਹੋਏ ਤੂੰ ਕਵੀ ਹੈ। ਦੇने वाले किसी को गरीबी मत देना, देना गरीबी मगर। ਉਹ ਗਰੀਬ ਜ਼ਰੂਰ ਸੀ ਪਰ ਬਦਨਸੀਬ ਨਹੀਂ ਸੀ, ਉਹਦੇ ਕੋਲ ਗੁਣ ਬੜਾ ਵੱਡਾ ਏ। ਤੇ ਜਦੋਂ ਗੁਣ ਦੀ ਕੋਈ ਕਦਰ ਕਰਨ ਵਾਲਾ ਮਿਲਦਾ ਫਿਰ ਬੰਦੇ ਦਾ ਮੁੱਲ ਪੈਂਦਾ। ਤੋ ਇਸ ਕਰਕੇ ਹਜ਼ੂਰ ਦੇ ਬੂਹੇ 'ਚ ਬਹਿ ਗਿਆ, ਅਰਦਾਸ ਕੀਤੀ, ਸਤਿਗੁਰੂ ਮੈਂ ਤੇ ਤੇਰਾ ਨਾਂ ਹੀ ਸੁਣਿਆ ਸੀ ਵੀ ਤੇਰੇ ਦਰਬਾਰ 'ਚ ਕਮਲੇ ਵੀ ਪਾਤਸ਼ਾਹ ਬਣਦੇ ਆ, ਮੈਨੂੰ ਤੇ ਮੱਥਾ ਟੇਕਣਾ ਨਸੀਬ ਨਹੀਂ ਹੋਇਆ। ਤੁਸੀਂ ਜਿੰਨੇ ਬੈਠੇ ਹੋ ਭਾਗਾਂ ਵਾਲੇ ਹੋ, ਅੰਦਰ ਆ ਕੇ ਬਹਿਣਾ ਸੌਖਾ ਥੋੜਾ ਗੁਰੂ ਕੋਲੇ। ਖਾਸ ਜਾਣੇ ਨੂੰ ਆਪਾਂ ਖਾਸ ਜਗ੍ਹਾ ਤੇ ਬਿਠਾਉਣੇ, ਹਾਰੀ ਸਾਰੀ ਨੂੰ ਨਹੀਂ ਅੰਦਰ ਭਾਵਾਂਗੇ। ਇਹ ਤਾਂ ਮਾਲਕ ਹੈ ਵੱਡਾ ਤੇਰਾ, ਸੱਚਾ ਤੁਧ ਸਿਰ ਸ਼ਾਹਾਂ ਪਾਤਸ਼ਾਹ ਨੇ ਚਲਾ। ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਦਇਆ ਦੇ ਸਾਗਰ ਸਤਿਗੁਰੂ ਰਹਿਮਤ ਪੈ ਵਰਤਾਉਂਦੇ ਨੇ। ਮਹਾਰਾਜ ਜੀ ਤਖਤ ਤੇ ਆ ਸਜੇ ਹੈ ਤੇ ਹਜੂਰ ਤੇ ਅੰਦਰ ਦੀ ਜਾਣਦਾ ਸੀ। ਮੇਰੇ ਪਾਤਸ਼ਾਹ ਮਾਰੇ ਤਖਤ ਤੇ ਬੈਠੇ ਤੇ ਬਹਿੰਦਿਆਂ ਹੀ ਮੇਰੇ ਹਜ਼ੂਰ ਨੇ ਆਖਿਆ, ਕਹਿਣ ਲੱਗੇ ਦਰਬਾਨਚੀਓ ਤੁਹਾਡੇ ਬੂਹੇ ਤੋਂ ਅੱਜ ਕੋਈ ਮੁੜ ਕੇ ਗਿਆ? ਕਹਿੰਦੇ ਜੀ ਇਦਾਂ ਹੋ ਨਹੀਂ ਸਕਦਾ। ਮਾਰੇ ਕਹਿੰਦੇ ਸੱਚ ਦੱਸਿਓ, ਗੁਰੂ ਨਾਨਕ ਦੇ ਘਰੋਂ ਆਵਾਜ਼ ਆਈ ਹੈ ਕਿ ਇਹ ਗੋਬਿੰਦ ਗੁਰੂ ਨਾਨਕ ਦੇ ਬੂਹੇ ਤੋਂ ਕੋਈ ਨਹੀਂ ਮੁੜਦਾ, ਅੱਜ ਮੋੜਿਆ ਕਿਸੇ ਨੂੰ। ਉਹਨਾਂ ਨੂੰ ਪਤਾ ਲੱਗ ਗਿਆ ਤੇ ਅਜੇ ਉਹ ਲੰਗਰ ਪਾਣੀ ਛਕਣ ਦਿਆ ਸੀ ਤੇ ਇੱਕ ਸਿੱਖ ਗਿਆ, ਕਹਿੰਦਾ ਓਏ ਉੱਠ ਤਾਂ, ਕਹਿੰਦਾ ਲੰਗਰ ਤੇ ਛਕਣ ਦਿਓ। ਕਹਿੰਦਾ ਉਹ ਕਮਲਿਆ ਲੰਗਰ ਕੀ, ਤੇਰੇ ਲਈ ਤਾਂ ਭੰਡਾਰੇ ਹੀ ਖੁੱਲ ਗਏ। ਉਹ ਕਹਿੰਦਾ ਗੱਲ ਕੀ ਹੋਈ? ਕਹਿੰਦੇ ਉਹ ਤਖਤਾਂ ਤੇ ਬੈਠਾ ਬਾਪੂ, ਉਹਨਾਂ ਤੈਨੂੰ ਬੁਲਾਇਆ ਏ, ਘਟ ਘਟ ਕੇ ਭਲੇ ਬੁਰੇ ਕੀ ਬਸ ਇੱਕ ਭਾਵਨਾ ਲੈ ਕੇ ਆਇਓ। ਜਦੋਂ ਮੱਥਾ ਟੇਕਣਾ ਨਾ ਗੁਰੂ ਨੂੰ, ਭਾਵਨਾ ਦੀ ਭੇਟਾ ਲਿਆਉਣੀ। ਗੁਰੂ ਨੂੰ ਭਾਵੇਂ 50 ਲੱਖ ਰੱਖ ਦਿਓ, ਭਾਵੇਂ ਭਾਵਨਾ ਖਾਲੀ ਲੈ ਕੇ ਆ ਜਾਓ, ਭਾਵਨਾ ਲੈ ਕੇ ਆਇਓ। ਭਾਵਨੀ ਭਗਤ ਭਾਏ ਕੌਡੀ, ਅਗਰ ਭਾਗ ਰੱਖੇ ਤਾਹੇ ਗੁਰ ਸਰਬ ਨਿਧਾਨ ਦਾਨ। ਗੋਬਿੰਦ ਭਾਓ ਭੁੱਖੇ ਸਤਿਗੁਰੂ ਕਹਿੰਦੇ ਮੈਂ ਪਿਆਰ ਦਾ, ਮੈਨੂੰ ਕੁਝ ਨਹੀਂ ਚਾਹੀਦਾ, ਮੈਨੂੰ ਕੁਛ ਵੀ ਨਾ ਦਿਓ, ਇੱਕ ਪਿਆਰ ਦਾ ਭੁੱਖਾ ਸਤਿਗੁਰੂ। ਗੁਰੂ ਦੀ ਬਾਣੀ ਦੀ ਆਵਾਜ਼ ਹੈ। ਮੇਰੇ ਪਾਤਸ਼ਾਹ ਮਹਾਰਾਜ ਨੇ ਆਵਾਜ਼ ਮਾਰੀ, ਦੌੜਿਆ ਆਇਆ। ਕਵੀ ਸਾਰੇ ਬੈਠੇ ਐ, ਸਾਰੇ ਵੇਖ ਕੇ ਹੱਸ ਪਏ। ਮਹਾਰਾਜ ਕਹਿੰਦੇ ਕੀ ਨਾਂ ਤੇਰਾ? ਲੱਤਾਂ ਕੰਮਣ ਦਈਆਂ, ਕਾਲੀਆਂ ਸ਼ਾਹ ਹੱਥਾਂ ਤੇ ਮੈਲ ਜੰਮੀ ਵਿਚਾਰੇ ਦੇ, ਪਰ ਅੰਦਰ ਬੜਾ ਸੋਹਣਾ, ਆਪਣਾ ਰੰਗ ਰੂਪ ਸੋਹਣਾ, ਆਪਣੇ ਅੰਦਰ ਕਾਲੇ। ਆਖੋ ਸਤਿਨਾਮ। ਜਿਹਨੂੰ ਮਹਾਰਾਜ ਆਨੰਦ ਸਾਹਿਬ ਦੇ ਵਿੱਚ ਕਹਿੰਦੇ ਜੀਓ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਓ ਤਾਂ ਮੈਲੇ ਤੈਨੂੰ ਜਨਮ। ਇਸ ਕਰਕੇ ਮੇਰੇ ਹਜ਼ੂਰ ਪਾਤਸ਼ਾਹ ਕਹਿੰਦੇ ਕੀ ਨਾਂ ਤੇਰਾ? ਕਹਿਣ ਲੱਗਾ ਜੀ ਗਰੀਬਾਂ ਦਾ ਕਾਹਦਾ ਨਾਂ ਹੁੰਦਾ? ਨਾਂ ਤਾਂ ਵੱਡਿਆਂ ਲੋਕਾਂ ਦੇ ਹੁੰਦੇ, ਵੈਸੇ ਘਰਦਿਆਂ ਨੇ ਤੇ ਹੰਸ ਰਾਮ ਰੱਖਿਆ, ਪਰ ਕਹਿੰਦੇ ਸਾਰੇ ਹੰਸ ਹੀ ਆ। ਗਰੀਬ ਦਾ ਅੱਧਾ ਨਾਂ ਸਾਦੇ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ, ਕਹਿੰਦੇ ਕਵੀ ਹੰਸ ਰਾਮ ਜੀ
ਗੁਰੂ ਕਿੰਨਾ ਅਦਬ ਕਰਦਾ ਭਾਵਨਾ ਵਾਲੇ ਦਾ। ਜਦੋਂ ਜੀ ਕਿਹਾ ਤੇ ਕੰਨਾਂ ਤੋਂ ਜਰਨਾ ਹੋਇਆ ਤੇ ਨਾਲ ਹੀ ਅੱਖਾਂ 'ਚ ਪਾਣੀ ਆ ਗਿਆ। ਵੈਸੇ ਵੀ ਮਹਾਰਾਜ ਕਹਿੰਦੇ ਜਿਹਦੀਆਂ ਅੱਖਾਂ 'ਚ ਪਾਣੀ ਨਹੀਂ ਆਉਂਦਾ ਉਹ ਮੜੀਆਂ ਦਾ ਮੁਰਦਾ ਹੀ ਹੈ। ਜਿਸ ਬੰਦੇ ਨੂੰ ਵਿਰਾਗ ਨਹੀਂ ਜ਼ਿੰਦਗੀ 'ਚ, ਉਹਦੇ ਅੰਦਰ ਰੱਬ ਨਹੀਂ ਬਹਿ ਸਕਦਾ। ਪੱਥਰ ਨਾਲ ਰਿਸ਼ਤਾ ਕਿੱਥੋਂ ਰੱਖ ਲਾਂਗੇ? ਕਿਤੇ ਜਗਦੀ ਹੋਈ ਮੋਮਬੱਤੀ ਚਾਨਣ ਪਈ ਵੰਡਦੀ ਹੈ। ਮੇਰੇ ਹਜ਼ੂਰ ਕਹਿੰਦੇ ਰੋਇਆ ਕਿਉਂ? ਕਹਿੰਦੇ ਮਹਾਰਾਜ 35-40 ਸਾਲਾਂ ਦਾ ਹੋ ਗਿਆ, ਪਹਿਲੀ ਵਾਰੀ ਜੀ ਕਿਹਾ ਕਿਸੇ ਨੇ। ਮਹਾਰਾਜ ਕਹਿੰਦੇ ਕਵੀ ਹੰਸਰਾਜ ਜੀ ਜਿਹੜੇ ਲਾਗੇ ਬੈਠੇ ਸੀ ਸਾਰੇ ਮੇਰੇ ਤੇਰੇ ਵਰਗੇ ਮੱਥੇ ਵੱਟ ਜੇ ਪਾਉਣ, ਕਿਉਂਕਿ ਜਰ ਨਹੀਂ ਨਾ ਹੁੰਦਾ ਆਪਣੇ ਤੋਂ ਛੋਟੇ ਨੂੰ ਵਡਿਆਈ ਮਿਲੇ, ਬਹੁਤ ਔਖਾ। ਉਹਨਾਂ ਦਾ ਅੰਦਰ ਕਲਪਿਆ ਤੇ ਕਹਿੰਦੇ ਮਹਾਰਾਜ ਕਰੀ ਕੀ ਜਾਂਦੇ, ਅਜੇ ਮੈਲ ਗੋੜੇ ਗੋੜੇ ਜੰਮੀ, ਇਹ ਕੀ ਸੁਣਾਊਗਾ ਇਹ? ਉਹਨਾਂ ਨੂੰ ਹੰਕਾਰ ਸੀ ਆਪਣੀ ਪਦਵੀ ਦਾ। ਮਹਾਰਾਜ ਨੇ ਖਰੇ ਤਾਂ ਹੀ ਬੁਲਾਇਆ ਹੋਊਗਾ, ਖੁ ਸਤਨਾਮ। ਮੇਰੇ ਪਾਤਸ਼ਾਹ ਕਹਿੰਦੇ ਕਵੀ ਹੰਸਰਾਮ ਜੀ ਕੀ ਸੁਣਾਉਣਾ ਫਿਰ ਸੁਣੋ। ਤੇ ਜਦੋਂ ਗਰੀਬ ਬੰਦਾ ਹੋਵੇ ਨਾ, ਹੁਣ ਦੂਜੇ ਮੇਰੇ ਵਰਗੇ ਲਾਲਚੀ ਸੀ ਟਾਈਮ ਵੇਖ ਕੇ ਬੋਲਣ ਵਾਲੇ, ਉਹਨਾਂ ਨੂੰ ਪਤਾ 15 ਮਿੰਟਾਂ ਦੀ ਕਵਿਤਾ ਤੇ 15 ਲੱਖ ਮਿਲ ਜਾਣਾ, 15 ਮਿੰਟਾਂ ਦੀ ਕਵਿਤਾ ਤੇ 15 ਰਜਤਪਣ ਮਿਲ ਜਾਣੇ ਆ, 15 ਮੋਹਰਾਂ ਮਿਲ ਜਾਣੀਆਂ। ਉਹ ਤਾਂ ਘੜੀਆਂ ਨਾ ਗਾਉਣ ਵਾਲੇ ਸੀ, ਇੱਕ ਦਿਲ ਦੀਆਂ ਕੜੀਆਂ ਨਾ ਗਾਉਣ ਵਾਲਾ ਆਇਆ। ਮਹਾਰਾਜ ਕਹਿੰਦੇ ਗਾ ਵੀ ਸੁਣਾ ਅੱਜ। ਹਜ਼ੂਰ ਤਖਤ ਤੇ ਬੈਠੇ, ਫਿਰ ਉਹਨੇ ਅੱਖਾਂ ਕੀਤੀਆਂ ਬੰਦ। ਮੇਰੇ ਹਜ਼ੂਰ ਗੁਰੂ ਗੋਬਿੰਦ ਸਿੰਘ ਨੂੰ ਕਵਿਤਾ ਕਮਾਲ ਦੀ ਸੁਣਾਈ। ਕਵਿਤਾ ਸੁਣਾ ਕੇ ਮਹਾਰਾਜ ਕਹਿੰਦੇ ਕਵੀ ਹੰਸਰਾਮ ਜੀ ਇੱਕ ਹੋਰ ਸੁਣਾਓ, ਇੱਕ ਹੋਰ ਸੁਣਾਓ। ਕਰਦਿਆਂ ਕਰਦਿਆਂ 4 ਘੰਟੇ ਦਾ ਕਵੀ ਦਰਬਾਰ ਸੀ, 4 ਘੰਟੇ ਇਕੱਲਾ ਹੀ ਲਾ ਗਿਆ। ਇਹਨੂੰ ਕਹਿੰਦੇ ਪਿਆਰ। ਮੇਰੇ ਵਰਗਾ ਤਾਂ 5 ਮਿੰਟ ਉੱਤੇ ਹੋ ਜਾਣ ਤੇ ਅਗਲਾ ਕਹਿੰਦਾ ਭਾਈ ਅੱਜ 5 ਮਿੰਟ ਵੱਧ ਲੱਗ ਗਏ, ਹੈ ਨਾ। ਇੱਦਾਂ ਹੀ ਆਪਾਂ ਕਰਦੇ ਵੱਡੇ ਦਰਬਾਰਾਂ 'ਚ ਵੀ ਮਿੰਤੀ ਦਾ ਟਾਈਮ। ਤੋ ਇਸ ਕਰਕੇ ਪਿਆਰ ਦੇ ਵਿੱਚ ਟਾਈਮ ਟੇਬਲ ਨਹੀਂ ਹੁੰਦਾ। ਤਾਂ ਮੈਂ ਤੁਹਾਡੇ ਤੋਂ ਮਾਫੀ ਮੰਗ ਲੈਂਦਾ ਰਹਿਣਾ, ਕਹਿ ਕੇ ਕੁਛ ਤੇ ਕਰ ਕੁਛ ਜਾਈਦਾ। ਤੋ ਇਸ ਕਰਕੇ ਮਹਾਰਾਜ ਸਾਹਿਬ ਨੇ 4-5 ਘੰਟੇ ਇਕੱਲੇ ਨੇ ਦੀਵਾਨ ਸਜਾਇਆ ਤੇ ਕਵਿਤਾ ਵੀ ਇੰਨੀਆਂ ਸੋਹਣੀਆਂ ਗਾ ਗਿਆ। ਹਜ਼ੂਰ ਪਾਤਸ਼ਾਹ ਮਹਾਰਾਜ ਤਖਤ ਤੋਂ ਉੱਠੇ, ਆਪਣੇ ਖਜ਼ਾਨਚੀ ਨੂੰ ਕਹਿੰਦੇ ਖਜ਼ਾਨਚੀ ਭਾਈ ਬਹਿਲੋ ਜਾ ਜਾ ਕੇ ਖਜ਼ਾਨੇ 'ਚ ਵੇਖ ਕਿੰਨੀ ਮਾਇਆ ਪਈ ਆ। ਕਮਾਲ ਹੋ ਗਿਆ ਜੀ। ਕਹਿਣ ਲੱਗੇ ਜੀ 18,000 ਰਜਤਪਣ। ਕਹਿਣ ਲੱਗੇ ਲੈ ਆਓ ਸਾਰੀਆਂ ਮੋਹਰਾਂ ਮੰਗਾ ਕੇ। ਤੇ ਮਹਾਰਾਜ ਕਹਿੰਦੇ ਕਵੀ ਹੰਸਰਾਮ ਜੀ ਅੱਜ ਤੁਸੀਂ ਮੇਰੀਆਂ ਸੰਗਤਾਂ ਖੁਸ਼ ਕੀਤੀਆਂ। ਜਦੋਂ ਸੰਗਤ ਖੁਸ਼ ਹੁੰਦੀ ਤੇ ਰੱਬ ਖੁਸ਼ ਹੁੰਦਾ ਏ, ਤੇ ਜਦੋਂ ਰੱਬ ਖੁਸ਼ ਹੁੰਦਾ ਏ ਤੇ ਫਿਰ ਗਿਣਤੀ ਮਿੰਤੀ ਨਹੀਂ ਕਰਦਾ। ਫੁੱਫੜ ਮਾਫ ਕਰਿਓ, ਫੁੱਫੜ ਮੁੰਡੇ ਦਾ ਵਿਆਹ 'ਚ ਖੁਸ਼ ਹੋ ਜੇ ਤੇ ਜੇਬਾਂ ਖੋਲ ਕੇ ਸੁੱਟ ਦਿੰਦਾ, ਪਤਾ ਲੱਗਦਾ ਕਿ ਇਹਨਾਂ ਦਾ ਫੁੱਫੜ ਹੈ। ਹਾਂਜੀ, ਉਹ ਵੱਖਰੀ ਗੱਲ ਵੀ ਜਦੋਂ ਕਿਤੇ ਰਾਗੀ ਲੱਗੇ ਹੋਣ ਢਾਡੀ, ਉਦੋਂ ਵਿਚਾਰੇ ਦੇ ਹੱਥ ਨੂੰ ਪਤਾ ਨਹੀਂ ਕੀ ਹੋ ਜਾਂਦਾ, ਉਹ ਮੁੜ ਕੇ ਸੁੰਗੜ ਜਾਂਦਾ ਹੱਥ ਵਿਚਾਰਾ। ਉਹ ਕਹਿੰਦੇ ਬਾਪੂ ਦੇ ਦੇ ਦਾਹ, ਕਹਿੰਦਾ ਹੱਥ ਹੀ ਸੌਂ ਗਿਆ, ਜੇਬ 'ਚ ਪੈਂਦਾ ਹੀ ਨਹੀਂ, ਹੁਣ ਕੀ ਦੇਣਾ। ਉਦੋਂ ਪੈਂਦਾ ਜਦੋਂ ਕਿਤੇ 2 ਪੈਗ ਲੱਗੇ ਹੋਣ ਤੇ ਅੱਗੇ ਕੋਈ ਨੱਚੇ ਨੁੱਚੇ, ਫਿਰ ਤੇ 5-5 ਲੱਖ ਵੀ ਸੁੱਟ ਜਾਂਦੇ। ਉਹ ਕਹਿੰਦੇ ਇੰਨੇ ਫੁੱਫੜਾ, ਕਹਿੰਦੇ ਕੋਈ ਨਹੀਂ ਉਹ ਮੁੰਡਾ ਬਾਹਰ 1 ਮਹੀਨੇ ਦੀ ਤਨਖਾਹ ਹੀ ਆ, ਵਿਆਹ ਕਿਤੇ ਰੋਜ਼ ਆਉਣੇ। ਹੁਣ ਧਿਆਨ ਦੇਣਾ, ਮੈਂ ਤਾਂ ਥੋੜਾ ਜਿਹਾ ਨਾਲ ਤੁਹਾਨੂੰ ਪਿਆਰ ਦੇ ਦਿੰਦਾ, ਥੋੜਾ ਜਾਗੀਏ। ਹਾਂਜੀ, ਕੋਈ ਫਰਕ ਨਹੀਂ ਪੈਂਦਾ। ਉੱਥੇ ਡਾਕਟਰ ਕੋ ਜਾ ਕੇ ਲੱਖਾਂ ਲਾਉਣੇ ਆ ਤੇ ਗੁਰੂ ਵੀਰਾਂ ਪਿਆਰੇ ਵੀਰਾਂ ਦਿਲ ਛੋਟਾ। ਤੋ ਮਹਾਰਾਜ ਕਹਿੰਦੇ ਕਵੀ ਹੰਸਰਾਮ ਜੀ ਕਮਾਲ ਕਰਤਾ ਜਿੱਥੋਂ ਅੱਜ ਤੂੰ ਸਾਨੂੰ ਨਹੀਂ ਖੁਸ਼ ਕੀਤਾ, ਅੱਜ ਗੁਰੂ ਨਾਨਕ ਦਾ ਘਰ ਖੁਸ਼ ਹੋ ਗਿਆ। ਤੇ ਕਿਸੇ ਬੰਦਾ ਖੁਸ਼ ਹੋਵੇ ਤੇ ਹੁਣ ਭਾਈ ਵਿਸ਼ਾਲ ਸਿੰਘ ਜੀ ਵਿਚਾਰ ਕੀਤੀ, ਕਿਤੇ ਕੋਈ NRI ਵੀਰ ਆਏ ਸੀ ਪਰਿਵਾਰ, ਉਹਨਾਂ ਕਥਾ ਸੁਣੀ, ਉਹ ਨਾਲ ਹੀ ਲੈ ਗਏ। ਨਾਲ ਲੈ ਗਏ ਤੇ ਜਦੋਂ ਉਹਨਾਂ ਨੇ ਜਾ ਕੇ ਰੀਵਨ ਕੱਟਿਆ ਕੋਠੀ ਦਾ, ਸਾਰਾ ਪ੍ਰਸ਼ਾਦਾ ਪਾਣੀ ਛਕਿਆ, ਤੇ ਵੇਖੋ ਦਿਆਲਤਾ, ਕੋਠੀ ਦੀ ਚਾਬੀ ਤੇ ਗੱਡੀ ਦੀ ਚਾਬੀ ਦੋਵੇਂ ਕਥਾਵਾਚਕ ਨੂੰ। ਹੁਣ ਉਹਨੇ ਵਿਚਾਰੇ ਨੇ ਚਾਬੀਆਂ ਫੜ ਕੇ ਅਰਦਾਸ ਕਰਤੀ ਵੀ ਮਹਾਰਾਜ ਇਹਨਾਂ ਦੀ ਕੋਠੀ ਤੇ ਚੜ੍ਹਦੀ ਕਲਾ ਹੋਵੇ। ਤੇ ਜਦੋਂ ਫੜਾਉਣ ਲੱਗਾ ਤੇ ਭਾਈ ਸਾਹਿਬ ਕਹਿੰਦੇ ਜੀ ਇਹ ਕੀ? ਕਹਿੰਦੇ ਜੀ ਅਰਦਾਸ ਹੋ ਗਈ। ਕਹਿੰਦੇ ਪਿਆਰਿਓ ਪਹਿਲੀ ਵਾਰ ਜ਼ਿੰਦਗੀ 'ਚ ਕਿਸੇ ਨੇ ਅੰਦਰ ਠੰਡਾ ਕੀਤਾ। ਸਾਰਾ ਅਮਰੀਕਾ ਕੋਨਾ ਕੋਨਾ ਘੁੰਮ ਕੇ ਇੰਨੇ ਕੁ ਮੇਰੇ ਕਾਰੋਬਾਰ ਹੈ ਕਿ ਮੈਂ ਸਵੇਰ ਤੋਂ ਸ਼ਾਮਾਂ ਤੱਕ ਵੀ ਗੱਡੀ ਫੜ ਕੇ ਚੱਲ ਜਾਂ ਤੇ ਪੂਰੇ ਨਹੀਂ ਹੁੰਦੇ।
ਕਈਆਂ ਦੇ ਕਾਰੋਬਾਰ ਇੰਨੇ ਆ ਵੀ ਸਵੇਰ ਤੋਂ ਗੱਡੀ 'ਚ ਬਹਿ ਜਾ, ਸ਼ਾਮਾਂ ਤੱਕ ਮੇਰੇ ਇੰਨੇ ਰੈਸਟੋਰੈਂਟ, ਇੰਨੀਆਂ ਫੈਕਟਰੀਆਂ, ਮੇਰੇ ਤੋਂ ਜਾ ਨਹੀਂ ਹੁੰਦਾ। ਪਰ ਅੱਜ ਮੈਂ ਵਿਚਾਰ ਸੁਣੀ ਤੁਹਾਡੀ, ਅੱਜ ਕੁਝ ਲੱਗਾ ਵੀ ਜ਼ਿੰਦਗੀ ਕੀ ਹੁੰਦੀ ਹੈ, ਇਸ ਕਰਕੇ ਮੈਂ ਥੋੜਾ ਜਿਹਾ ਦਸਵੰਧ ਕੱਢਣ ਲੱਗਾ। ਉਹ ਕਹਿੰਦੇ ਕਿੱਦਾਂ? ਕਹਿੰਦੇ ਮੈਨੂੰ ਇੱਕ ਦਿਨ ਦੀ ਇਨਕਮ ਜਿਹੜੀ ਹੈ ਨਾ 1.5-2 ਕਰੋੜ ਰੁਪਈਆ। ਕਿੰਨਾ ਕਾਰੋਬਾਰ ਹੋਊਗਾ? ਇੱਕ ਦਿਨ ਦਾ ਜਿਹਨੂੰ 1.5 ਕਰੋੜ ਰੁਪਈਆ ਇੱਧਰ ਦਾ ਬਚਣ ਦਿਆ, ਉਹ ਕਹਿਣ ਲੱਗੇ ਭਾਈ ਸਾਹਿਬ ਜੀ ਇਹ ਗੱਡੀ ਵੀ ਤੁਹਾਡੀ ਤੇ ਕੋਠੀ ਵੀ ਤੁਹਾਡੀ। ਇੱਕ ਸਿੱਖ ਦਿਆਲ ਹੋਇਆ। ਇਸ ਕਰਕੇ ਸਾਧ ਸੰਗਤ ਜੀ ਅੱਜ ਗੁਰੂ ਗੋਬਿੰਦ ਸਿੰਘ ਦਿਆਲ ਹੋਇਆ, ਇੱਧਰ ਗੁਰੂ ਨਾਨਕ ਦਿਆਲ ਹੋਏ। ਸਾਧੂਆਂ ਤੇ ਪ੍ਰਸੰਗ ਕਈ ਰਲ ਗਏ ਨੇ। ਮੈਂ ਜ਼ਿਕਰ ਕਰਾਂ, ਮੇਰੇ ਹਜੂਰ ਪਾਤਸ਼ਾਹ ਮਹਾਰਾਜ ਕਹਿੰਦੇ ਖਜ਼ਾਨਚੀ ਕਿੰਨੇ ਪੈਸੇ? ਕਹਿੰਦੇ 18,000 ਰਜਤਪਣ। ਮਹਾਰਾਜ ਕਹਿੰਦੇ ਇਹਦੇ ਸਿੱਖ ਦੀ ਝੋਲੀ 'ਚ ਪਾ ਦਿਓ। ਜਦੋਂ ਮਹਾਰਾਜ ਝੋਲੀ 'ਚ ਪਾਉਣ ਲੱਗੇ ਤੇ ਕਵੀ ਹੰਸਰਾਮ ਕਹਿੰਦਾ ਸਤਿਗੁਰੂ ਇੰਨੇ ਤੇ ਮੇਰੇ ਤੋਂ ਚੁੱਕੇ ਵੀ ਨਹੀਂ ਜਾਣੇ, ਮੈਨੂੰ 1-2 ਮੁੱਠਾਂ ਭਰ ਕੇ ਦੇ ਦਿਓ, ਇੰਨਾ ਹੀ ਬਹੁਤ ਹੈ। ਮਹਾਰਾਜ ਕਹਿੰਦੇ ਕਵੀ ਹੰਸਰਾਮ ਤੈਨੂੰ ਪਹਿਲਾਂ ਵੀ ਕਿਹਾ ਵੀ ਤੂੰ ਅੱਜ ਗੁਰੂ ਨਾਨਕ ਦਾ ਘਰ ਖੁਸ਼ ਕੀਤਾ। ਤੇ ਜਦੋਂ ਗੁਰੂ ਖੁਸ਼ ਹੁੰਦਾ ਹੈ ਨਾ, ਉਹ ਮਿਣਤੀਆਂ ਗਿਣਤੀਆਂ ਨਹੀਂ ਉਹ ਕਰਦਾ, ਉਹ ਦਾਤਾ ਹੈ ਦਾਤਾ, ਵਰਤਾਉਣ ਵਾਲਾ। ਤੂੰ ਝੋਲੀ ਫਲਾਈ ਜਾ, ਕਿਸੇ ਤਾਈ ਵੀ ਪਤਾ ਨਹੀਂ ਲੱਗਣ ਦਿੰਦਾ। ਜਿੱਦਣ ਦਿੰਦਾ ਚੁੱਪ ਕਰਕੇ। ਇੱਥੇ ਤੁਹਾਡੇ 'ਚ ਕਈ ਬੈਠੇ ਹੋਣੇ ਜਿਨ੍ਹਾਂ ਦੀ ਰੋਟੀ ਉਹ ਨਹੀਂ ਸੀ ਪੱਕਦੀ, ਮੀਂਹ ਪੈਂਦਾ ਸੀ, ਛੱਤ 'ਚ ਆਉਂਦੀ ਸੀ, ਤੇ ਅੱਜ ਵਲੈਤੀਏ ਵੱਜਦੇ ਹੋ। ਕਦੇ ਭੁੱਲਿਓ ਨਾ ਮਹਾਰਾਜ ਦੀ ਕਿਰਪਾ ਨੂੰ। ਉਸ ਵੇਲੇ ਮਹਾਰਾਜ ਨੇ ਉਹ 18,000 ਰਜਤਪਣ ਉਹਦੀ ਝੋਲੀ 'ਚ ਪਾਇਆ। ਸਾਰੇ ਕਵੀਆਂ ਦੀ ਨੀਵੀਂ ਪੈ ਗਈ। ਮਹਾਰਾਜ ਕਹਿੰਦੇ 4 ਘੰਟੇ ਇਕੱਲਾ ਹੀ ਬੋਲ ਗਿਆ, ਤੇ ਬੋਲਿਆ ਵੀ ਦਿਲੋਂ। ਇੱਕ ਹੁੰਦਾ ਟਾਈਮ ਪਾਸ ਲਈ ਬੋਲਣਾ, ਉਹ ਦਿਲੋਂ ਬੋਲਿਆ। ਤੇ ਜਿਹੜਾ ਦਿਲੋਂ ਬਾਣੀ ਪੜ੍ਹਦਾ, ਕਥਾ ਕੀਰਤਨ ਕੋਈ ਵੀ ਢਾਡੀ, ਤੁਸੀਂ ਵੀ ਦਿਲੋਂ ਜਿਹੜਾ ਗੁਰੂ ਲਈ ਬੋਲਦਾ ਤੇ ਉਹਨੂੰ ਗੁਰੂ ਸੁਣਦਾ ਜ਼ਰੂਰ ਹੈ। ਮੂੰਹ ਤੋਂ ਬੋਲਣ ਵਾਲੇ ਦੀ ਤੁਮਾਰੇ ਨੇ ਕਿਹਾ ਰਾਮ ਰਾਮ ਕਰਤਾ ਸਭ ਜਗ ਫਿਰੇ, ਰਾਮ ਨਾ ਗੱਲਾਂ ਵਾਲੇ ਹੈਣ ਕਨੇਰੇ। ਇਸ ਕਰਕੇ ਮਹਾਰਾਜ ਜੀ ਕਹਿੰਦੇ ਰੁਕ ਜਾ, ਲਿਆਓ ਸਿੰਘੋ ਇੱਕ ਹਾਥੀ ਲਿਆਓ, ਜਿਹੜਾ ਸੰਗਤ ਨੇ ਭੇਟਾ ਕੀਤਾ ਹੈ ਉਹ ਵੀ ਇਹਨੂੰ ਦੇ ਦਿਓ। ਮੇਰੇ ਪਾਤਸ਼ਾਹ ਮਹਾਰਾਜ ਨੇ ਕਿਰਪਾ ਕੀਤੀ, ਹਾਥੀ ਤੇ ਚੜਾਇਆ, ਨਾਲ 2 ਸਿੰਘ ਘੋੜਿਆਂ ਤੇ ਨਗਾਰੇ ਦਿੱਤੇ। ਕਹਿੰਦੇ ਇਹਦੇ ਪਿੰਡ ਛੱਡ ਕੇ ਆਓ। ਰੋ ਪਿਆ। ਕਹਿੰਦੇ ਪਾਤਸ਼ਾਹ ਮਹਾਰਾਜ ਕਿਰਪਾ ਕਰਕੇ ਇੰਨਾ ਮਾਣ ਸਨਮਾਨ। ਮਹਾਰਾਜ ਕਹਿੰਦੇ ਜਿੱਦਣ ਤੈਨੂੰ ਮੇਰਾ ਸਿੱਖ ਮਿਲਿਆ ਸੀ ਤੇ ਤੈਨੂੰ ਉਹਨੇ ਕੀ ਕਿਹਾ ਸੀ? ਹੁਣ ਗੁਰੂ ਜਾਣਦਾ ਸੀ ਨਾ। ਕਹਿੰਦੇ ਜਦੋਂ ਤੈਨੂੰ ਮਿਲਿਆ ਸੀ ਤੇ ਕੀ ਕਿਹਾ ਸੀ? ਕਹਿੰਦੇ ਜੀ ਉਹਨੇ ਮੈਨੂੰ ਕਿਹਾ ਸੀ ਵੀ ਤੂੰ ਕਵਿਤਾ ਬੜੀ ਸੋਹਣੀ ਗਾਉਣਾ ਏ, ਲੋਕਾਂ ਦੇ ਬੂਹਿਆਂ ਤੇ ਗਾਈ ਜਾਵਾਂਗੇ। ਕਦੇ ਗੁਰੂ ਗੋਬਿੰਦ ਸਿੰਘ ਦੇ ਬੂਹੇ ਤੇ ਗਾਇਆ ਹੀ? ਕਹਿੰਦੇ ਮੈਨੂੰ ਉਹਨੇ ਕਿਹਾ ਸੀ ਜਾ ਕਿਤੇ ਇੱਕ ਵਾਰੀ ਗੁਰੂ ਗੋਬਿੰਦ ਸਿੰਘ ਦੇ ਬੂਹੇ ਤੇ ਗਾ, ਤੈਨੂੰ ਪਿੰਗਲੇ ਤੋਂ ਪਾਤਸ਼ਾਹ ਬਣਾ ਦੇਣਗੇ। ਮਹਾਰਾਜ ਕਹਿੰਦੇ ਲੈ ਫਿਰ ਅੱਜ ਬਣ ਗਿਆ, ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ। ਉੱਤੇ ਨਗਾਰੇ ਦੇਤੇ, ਹਾਥੀ ਦੇਤਾ। ਇੱਕ ਗਰੀਬ ਚਪਲਾਂ ਤੋਂ ਬਿਨਾਂ ਆਇਆ ਗੁਰੂ ਨਾਨਕ ਦੇ ਘਰ ਤੇ ਹਾਥੀ ਤੇ ਚੜਾਤਾ, ਜਿਹਨੂੰ ਭਗਤ ਰਵਿਦਾਸ ਜੀ ਕਹਿੰਦੇ ਗਰੀਬ ਨਵਾਜ ਗੁਸਈਆਂ ਮੇਰਾ ਮਾਥੈ, ਨੀਚੋਂ ਊਚ ਕਰੇ ਮੇਰਾ। ਬਾਣੀ ਨਹੀਂ ਝੂਠ ਕਹਿੰਦੀ, ਇਤਿਹਾਸ ਤੇ ਕਿਸੇ ਦਾ ਲਿਖਿਆ ਹੋ ਸਕਦਾ, ਬਾਣੀ ਤੇ ਸੱਚ ਹੈ ਨਾ। ਤੇ ਉਸ ਵੇਲੇ ਮੇਰੇ ਹਜ਼ੂਰ ਪਾਤਸ਼ਾਹ ਕਹਿੰਦੇ ਓਏ ਰੋਇਆ ਕਿਉਂ ਤੂੰ? ਹਾਥੀ ਤੇ ਬੈਠਾ ਰੋਈ ਜਾਵੇ, ਉੱਚੀ ਉੱਚੀ ਰੋਵੇ। ਮਹਾਰਾਜ ਕਹਿੰਦੇ ਕੀ ਹੋਇਆ ਤੈਨੂੰ? ਕਹਿਣ ਲੱਗੇ ਸਤਿਗੁਰੂ ਮੈਂ ਹਾਥੀ ਮੰਗਿਆ ਸੀ, ਤੁਸੀਂ ਦਿੱਤਾ? ਮਹਾਰਾਜ ਕਹਿੰਦੇ ਨਹੀਂ। ਕਹਿੰਦੇ ਮਹਾਰਾਜ ਮੈਂ ਮੋਹਰਾਂ ਮੰਗੀਆਂ ਸੀ, ਤੁਸੀਂ ਦਿੱਤੀਆਂ? ਮਹਾਰਾਜ ਕਹਿੰਦੇ ਨਹੀਂ। ਕਹਿੰਦੇ ਮਹਾਰਾਜ ਮੈਂ ਨਗਾਰੇ ਮੰਗੇ ਸੀ, ਤੁਸੀਂ ਦਿੱਤੇ? ਮਹਾਰਾਜ ਕਹਿੰਦੇ ਨਹੀਂ। ਕਹਿੰਦੇ ਪਾਤਸ਼ਾਹ ਫਿਰ ਇੱਕ ਚੀਜ਼ ਮੈਂ ਹੋਰ ਮੰਗਣੀ। ਹੁਣ ਜਿਹੜੇ ਮੇਰੇ ਤੇਰੇ ਵਰਗੇ ਸੀ ਉਹਨਾਂ ਦੀ ਸੋਚ ਮਾੜੀ। ਕਹਿੰਦੇ ਵੇਖਿਆ ਦਿਖਾਤੀ ਨਾ ਆਪਣੀ ਔਕਾਤ, ਇੰਨਾ ਗੁਰੂ ਨੇ ਦਿੱਤਾ ਅਜੇ ਵੀ ਨੀਤ ਨਹੀਂ ਰੱਜੀ। ਵੇਖੋ ਬੰਦਾ ਰੱਜਦਾ, ਉਹ ਰੋਂਦਾ ਕਹਿੰਦਾ ਮਹਾਰਾਜ ਤੁਸੀਂ ਬਿਨਾਂ ਮੰਗਿਆਂ ਤੋਂ ਮੈਨੂੰ ਕੁਝ ਦਿੱਤਾ, ਹੁਣ ਮੈਂ ਮੂੰਹੋਂ ਮੰਗਣ ਲੱਗਾ। ਹੁਣ ਨਾਲ ਦੇ ਸੋਚਣ ਪਤਾ ਨਹੀਂ ਕੀ ਮੰਗਣਾ ਇਹਨੇ, ਪਰ ਉਹਦਾ ਦਿਲ ਸੱਚਾ ਸੀ। ਉਹ ਅੰਦਰੋਂ ਭੇਜਿਆ ਹੋਇਆ ਕਹਿੰਦਾ ਗੁਰੂ ਗੋਬਿੰਦ ਸਿੰਘ ਤੁਸੀਂ ਇੰਨਾ ਕੁਝ ਦਿੱਤਾ, ਮੈਂ ਨਹੀਂ ਸੀ ਮੰਗਿਆ, ਹੁਣ ਮੈਨੂੰ ਇੱਕ ਚੀਜ਼ ਮੂੰਹੋਂ ਮੰਗਣ ਲੱਗਾ, ਦੇ ਦਿਓ। ਮੇਰੇ ਪਾਤਸ਼ਾਹ ਮਾਰੇ ਕਹਿੰਦੇ ਕੀ? ਕਹਿੰਦੇ ਪਾਤਸ਼ਾਹ ਮੈਨੂੰ ਆਪਣੀ ਸੰਗਤ ਵਿੱਚ ਬਹਿਣ ਜੋਗੀ ਥਾਂ ਦੇ ਦਿਓ।
ਤੁਸੀਂ ਆਪਣੇ ਆਪ ਦਾ ਗੈਸ ਲਾਇਓ ਕਿ ਜਿੰਨੇ ਤੁਸੀਂ ਆ ਕੇ ਬਹਿੰਦੇ ਹੋ, ਇੰਨਾ ਕਰੋੜਾਂ ਰੁਪਈਆ ਲੈ ਕੇ ਵੀ ਕੀ ਮੰਗਦਾ ਮੈਨੂੰ ਸੰਗਤ 'ਚ। ਐਵੇਂ ਥੋੜਾ ਮਿਲਦੀ ਥਾਂ ਏ। ਇਹ ਭਾਗਾਂ ਤੋਂ ਬਿਨਾਂ ਨਹੀਂ। ਗੁਰੂ ਬੰਦਾ ਨਹੀਂ ਕੋਲੇ ਕਿਸੇ ਨੂੰ ਬਿਠਾ ਕੇ ਰਾਜੀ, ਕਹਿੰਦਾ ਮੇਰਾ ਟਾਈਮ ਨਹੀਂ। ਰੱਬ ਦੇ ਕੋਲੇ ਬਹਿਣਾ ਬੜਾ ਔਖਾ, ਬਹੁਤ ਔਖਾ। ਤੁਸੀਂ ਕਰਮ ਕੀਤੇ ਕਿਤੇ ਤੁਮਾਰੇ, ਕਹਿੰਦੇ ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ। ਮੇਰੇ ਪਾਤਸ਼ਾਹ ਮਹਾਰਾਜ ਕਹਿੰਦੇ ਵਾਹ ਓਏ, ਸੰਗਤ ਵਿੱਚ ਥਾਂ ਲੈ ਕੇ ਕੀ ਕਰਨਾ ਹੀ। ਕਹਿੰਦੇ ਪਾਤਸ਼ਾਹ ਸਭ ਤੋਂ ਵੱਡੀ ਅਮੀਰੀ ਤੇ ਦੁਨੀਆ ਦੀ ਜੰਨਤ ਹੈ ਤੇਰੀ ਸੰਗਤ। ਮੈਨੂੰ ਸਭ ਕੁਝ ਮਿਲ ਗਿਆ ਪਰ ਮੈਨੂੰ ਸੰਗਤ 'ਚ ਥਾਂ ਦੇ ਦਿਓ। ਮੇਰੇ ਪਾਤਸ਼ਾਹ ਹੱਸ ਕੇ ਕਹਿੰਦੇ ਕਵੀ ਹੰਸ ਰਾਮ, ਸੰਗਤ 'ਚ ਕੀ ਤੇਰੀ ਤੇ ਸਾਡੇ ਅੰਦਰ ਥਾਂ ਏ। ਯਾਦ ਰੱਖੀ ਇਸ ਘਰ ਨੂੰ ਛੱਡੀ ਨਾ, ਇਸ ਘਰ ਆ ਕੇ ਮੇਰੀਆਂ ਸੰਗਤਾਂ ਨੂੰ ਸੁਣਾਉਂਦਾ ਰਹੀਂ ਕੁਝ ਨਾ ਕੁਝ। ਤੇ ਮੈਂ ਬਚਨ ਕਰਦਾ ਏ ਜਿੱਦਨ ਅੱਖਾਂ ਮੀਟੇਗਾ ਤੇਰਾ ਲੋਕ ਵਿੱਚ ਵੀ ਥਾਂ ਤੇ ਤੇਰਾ ਪਰਲੋਕ ਵਿੱਚ ਵੀ ਥਾਂ। ਬਸ ਗੁਰੂ ਘਰ ਦੀ ਸੰਗਤ ਨੂੰ ਸੁਣਾਈ ਜਾਈ ਕੁਛ ਨਾ ਕੁਝ। ਇੱਥੇ ਜ਼ਰੂਰ ਆਇਆ ਕਰੀ ਕਵਿਤਾ ਬਣਾ ਕੇ ਸੰਗਤਾਂ ਨੂੰ ਸੁਣਾਉਣ। ਅਸੀਂ ਵਕਤ ਦੇ ਮਾਰੇ ਪਤਾ ਨਹੀਂ ਕਿੱਧਰ ਨੂੰ ਜਾਣਾ ਹੈ, ਪਰ ਤੂੰ ਸੰਗਤ 'ਚ ਆਉਣਾ ਨਾ ਬੰਦ ਕਰੀ। ਬੇਸ਼ੱਕ ਹੋ ਸਕਦਾ ਤੈਨੂੰ ਕੋਈ ਭੇਟਾ ਨਾ ਦੇਵੇ। ਮਾਰੇ ਨੂੰ ਪਤਾ ਸੀ ਵੀ ਅੱਗੇ ਜੰਗ ਯੁੱਧ ਹੋਣੇ, ਅਸਾਂ ਨੇ ਛੱਡ ਜਾਣਾ ਆਨੰਦਪੁਰ। ਹੋ ਸਕਦਾ ਤੈਨੂੰ ਕੋਈ ਮਾਣ ਦਵੇ ਨਾ ਦਵੇ, ਪਰ ਹਟਣਾ ਨਹੀਂ। ਅੱਜ ਵੀ ਜਦੋਂ ਆਨੰਦਪੁਰ ਜਾਓਗੇ ਤੇ 52 ਕਵੀਆਂ ਦੀ ਲਿਸਟ ਪੜ੍ਹਿਓ। ਉਹਨਾਂ ਕਵੀਆਂ ਦੇ ਵਿੱਚ ਆਹ ਨਾਂ ਜ਼ਰੂਰ ਆਊਗਾ ਜਿਹਦੀ ਮੈਂ ਤੁਹਾਡੇ ਨਾਲ ਸਾਂਝ ਪਾਈ, ਕਵੀ ਹੰਸ ਰਾਮ ਜੀ। ਤੋ ਇਸ ਕਰਕੇ ਇੱਧਰ ਮੇਰੇ ਪਾਤਸ਼ਾਹ ਮਹਾਰਾਜ ਜੀ ਨੇ, ਮਹਾਰਾਜ ਦੇ ਦੀਨ ਦੁਨੀਆ ਦੇ ਮਾਲਕ, ਕਹਿੰਦੇ ਜਦੋਂ ਸੰਤ ਰੇਣ ਦਾ ਸਤਿਗੁਰਾਂ ਨੇ ਨਾਮ ਸੁਣਿਆ ਤੇ ਮਹਾਰਾਜ ਜੀ ਬੜੇ ਪ੍ਰਸੰਨ ਹੋਏ ਤੇ ਬੜੇ ਪਿਆਰ ਦੇ ਵਿੱਚ ਇਦਾਂ ਖੁਸ਼ ਹੋਏ ਜਿੱਦਾਂ ਕਿਸੇ ਕਵੀ ਦੇ ਬੋਲ ਸੁਣ ਕੇ ਗੁਰੂ ਖੁਸ਼ ਹੁੰਦਾ ਹੈ। ਮੁਝ ਸੋ ਕਹਿਣ ਲੱਗੇ ਤੇ ਕਾਲਾ ਤਜਿ ਨ ਜਾਏ ਬਣ ਜਦੇ ਬਾਲਾ। ਤੇ ਭਾਈ ਬਾਲਾ ਜੀ ਕਹਿੰਦੇ ਗੁਰੂ ਅੰਗਦ ਸਾਹਿਬ ਜੀ ਫਿਰ ਪਤਾ ਕੀ ਹੋਇਆ। ਮਹਾਰਾਜ ਜੀ ਕਹਿੰਦੇ ਕੀ ਹੋਇਆ ਭਾਈ ਬਾਲਾ। ਕਹਿਣ ਲੱਗੇ ਫਿਰ ਮੈਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਬਾਲਾ ਉਰੇ ਆ। ਮੈਂ ਕਿਹਾ ਹਾਂ ਵੀਰਾ ਦੱਸ। ਕਹਿਣ ਲੱਗੇ ਐਦੋਂ ਵਧੀਆ ਸੌਦਾ ਕਿਤੇ ਨਹੀਂ। ਅੱਗਾ ਪਿੱਛਾ ਨਾ ਵੇਖ, ਜਦੋਂ ਕੋਈ ਚੀਜ਼ ਪਸੰਦ ਆ ਜੇ ਨਾ ਬੰਦੇ ਨੂੰ ਤੇ ਬੰਦਾ ਕਹਿੰਦਾ ਕਿ ਮੈਂ ਜ਼ਿੰਦਗੀ ਵੀ ਵੇਚਦਾ ਪਰ ਮੈਨੂੰ ਪਾ ਲੈਣਾ ਏ। ਤੋ ਹਰ ਮੁਰਾਦ ਪੂਰੀ ਹੋਤੀ ਹੈ ਜਬ ਦੁਆ ਮੁਸ਼ਕਲ ਤੋਂ ਯਹੀ ਜੇ ਮੁਸ਼ਕਲ ਸੇ ਹੋਤੀ ਹੈ। ਪਹਿਲੀ ਗੱਲ ਤੇ ਦੁਆ ਹੀ ਨਹੀਂ ਸੱਚੇ ਦਿਲੋਂ ਕੋਈ ਕਰਦਾ, ਪਰ ਜੇ ਕੀਤੀ ਹੋਵੇ ਤੇ ਕਬੂਲ ਹੋ ਜਾਂਦੀ ਹੈ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ। ਭਾਈ ਬਾਲਾ ਜੀ ਕਹਿੰਦੇ ਹਜ਼ੂਰ ਕਹਿੰਦੇ ਭਾਈ ਬਾਲਾ ਆਹ ਮੌਕਾ ਹੀ ਹੱਥੋਂ ਨਾ ਗਵਾਈ, ਹੁਣ ਪੈਸੇ ਕੱਢ, ਆਪਾਂ ਇੱਥੇ ਸੌਦਾ ਕਰਨਾ। ਬਾਪੂ ਨੇ ਵੀ ਕਿਹਾ ਸੀ ਖਰਾ ਸੌਦਾ ਕਰਿਓ। ਆ ਤੇ ਸਾਰੇ ਦਾ ਸਾਰਾ ਖਰਾ ਹੀ ਹੈ। ਹੁਣ ਛੇਤੀ ਕਰ। ਕਰਤੇ ਧਨ ਤਰ ਨਗਰ ਹੰਤਾ ਅਸਨ ਕਰਾਵੋ ਕੇ ਜਗਤੰਤਾ। ਕਹਿੰਦੇ ਭਾਈ ਬਾਲਾ ਜੀ ਕਹਿਣ ਲੱਗੇ ਗੁਰੂ ਜੀ ਮੈਂ ਮਾਇਆ ਫੜਾਈ, ਗੁਰੂ ਨਾਨਕ ਸਾਹਿਬ ਨੇ ਮੇਰੇ ਕੋਲੋਂ ਲੈ ਕੇ ਤੇ ਉਸ ਮਹੰਤ ਦੇ ਅੱਗੇ ਰੱਖਤੀ। ਤੇ ਮਹੰਤ ਨੇ ਮਾਇਆ ਵੱਲ ਨਹੀਂ ਦੇਖਿਆ, ਮਹਾਰਾਜ ਦੇ ਚਿਹਰੇ ਵੱਲ ਵੇਖਿਆ। ਮਹਾਰਾਜ ਕਹਿੰਦੇ ਮਹੰਤ ਜੀ ਮਾਇਆ ਤੇ ਵੱਡੇ ਵੱਡਿਆਂ ਨੂੰ ਡੇਗ ਦਿੰਦੀ ਹੈ, ਬੜੇ ਵੱਡੇ ਰੋਲ ਦਿੰਦੀ, ਤੁਸੀਂ ਮਾਇਆ ਵੱਲ ਨਹੀਂ ਵੇਖਿਆ, ਮੇਰੇ ਵੱਲ ਕਾਹਤੋਂ ਵੇਂਦੇ ਹੋ। ਉਹ ਵੀ ਅੱਗੇ ਬੰਦਕੀ ਵਾਲਾ ਸੀ। ਕਹਿੰਦੇ ਮਹਾਰਾਜ ਜਿਹੜਾ ਸੂਰਜ ਵੱਲ ਨੂੰ ਮੂੰਹ ਕਰਕੇ ਤੁਰਦਾ ਨਾ, ਉਹਦਾ ਪਰਛਾਵਾਂ ਉਹਦੇ ਪਿੱਛੇ ਪਿੱਛੇ ਆਊ। ਕਹਿੰਦੇ ਜਿਹੜਾ ਸੂਰਜ ਵੱਲ ਨੂੰ ਪਿੱਠ ਕਰਕੇ ਤੁਰੂ ਉਹਦਾ ਪਰਛਾਵਾਂ ਅੱਗੇ ਤੁਰੂਗਾ। ਮਾਇਆ ਪਰਛਾਵਾਂ ਏ, ਜਿਹੜਾ ਗੁਰੂ ਵੱਲ ਨੂੰ ਮੂੰਹ ਕਰਕੇ ਤੁਰ ਪੈਂਦਾ ਮਗਰ ਫਿਰਦੀ, ਤਰਲੇ ਲੈਂਦੀ ਵੀ ਆ ਜਾਓ, ਬਹਿ ਜਾਓ, ਮੇਰੇ ਕੋਲ ਸਮਾਂ ਗੁਜ਼ਾਰੋ। ਤੇ ਜਿਹੜੇ ਸਤਿਗੁਰੂ ਨੂੰ ਪਿੱਠ ਦਿੰਦੇ ਰੋਂਦੇ ਫਿਰਦੇ ਆ, ਉਹਨਾਂ ਦੇ ਹੱਥ ਨਹੀਂ ਆਉਂਦੀ, ਕਾਬੂ ਨਹੀਂ ਆ ਰਹੀ, ਦਿਨੇ ਰਾਤ ਝੁਰੀ ਜਾਂਦੇ, ਨਾ ਨੀਂਦ ਆਉਂਦੀ ਨਾ ਚੈਨ ਆਉਂਦਾ। ਇਸ ਕਰਕੇ ਮਹੰਤ ਜੀ ਕਹਿੰਦੇ ਮਹਾਰਾਜ ਇਹਦੇ ਵੱਲ ਕੀ ਵੇਖਣਾ, ਵੇਖਣਾ ਤਾਂ ਤੇਰਾ ਚਿਹਰਾ ਹੈ। ਜੋ ਤੇਰੇ ਚਿਹਰੇ 'ਚੋਂ ਸਕੂਨ ਹੈ, ਮਾਇਆ ਦੇ ਵੱਲ ਜਿੰਨਾ ਵੀ ਵੇਖਿਆ ਉਹਨਾਂ ਦੇ ਰੁਲ ਗਈ ਜ਼ਿੰਦਗੀ। ਅੱਜ ਆਪਾਂ ਸਾਰਿਆਂ ਦੀ ਨਿਗਾਹ ਮਾਇਆ 'ਚ, ਭਾਵੇਂ ਦੇਸ਼ ਵਿਦੇਸ਼ ਹੋਵੇ ਕਿਤੇ ਹੋਵੇ, ਆਪਾਂ ਤਾਈਓ ਤਾਂ ਦੁਖੀ ਰਹਿੰਦੇ ਆ। ਜਦੋਂ ਆਪਣੀ ਨਿਗਾਹ ਗੁਰੂ ਦੇ ਚਿਹਰੇ ਵੱਲ ਹੋ ਗਈ, ਦਰਸ਼ਨ ਪਿਆਸੀ ਦਿਨੇ ਰਾਤ ਇੱਕੋ ਹੀ ਪਿਆਸ ਹੈ, ਸਤਿਗੁਰੂ ਦੀਦਾਰ ਦੇਵੋ। ਹਮਨੇ ਤੁਮਰੇ ਸਭ ਰਤ ਜਾਣੇ
ਮਨ ਪ੍ਰਾਰਥਨਾ ਗੁਣ ਹਾਨੀ। ਤੇ ਮਹੰਤ ਰੇਣ ਜੀ ਕਹਿਣ ਲੱਗੇ, ਨਾਨਕ ਜੀ ਮੈਂ ਤੁਹਾਡੇ ਬਾਰੇ ਸਾਰਾ ਕੁਝ ਜਾਣ ਲਿਆ, ਹੁਣ ਤੁਸੀਂ ਮੈਨੂੰ ਹੋਰ ਪਾਸੇ ਨਾ ਤੋਰੋ, ਬਸ ਇੱਕ ਕਿਰਪਾ ਕਰੋ। ਤੁਹਾਨੂੰ ਵੀ ਪਤਾ ਏ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਕਿਸੇ ਅੱਗੇ ਹੱਥ ਨਹੀਂ ਅੱਡੇ। ਕਈ ਬੰਦਿਆਂ ਦੀ ਹੁੰਦੀ ਅਣਖ, ਮਰਨੀ ਮਰ ਜਾਂਦੇ ਪਰ ਛੇਤੀ ਕਿਤਿਆਂ ਕਿਸੇ ਤੋਂ ਮੰਗਦੇ ਨਹੀਂ। ਹੁਣ ਸਮਾਂ ਬਦਲ ਗਿਆ, ਹੁਣ ਤੇ ਲੈ ਕੇ ਵੀ ਮੁੱਕਰ ਜਾਂਦੇ, ਆਖੋ ਸਤਿਨਾਮ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਸਿੱਖ ਦੀ ਗੱਲ ਯਾਦ ਆਉਂਦੀ। ਉਹ ਫਿਰ ਉਹਨਾਂ ਨੇ ਮਹਾਰਾਜ ਦੀ ਸੰਗਤ ਹਸਾਈ, ਜਲੇਬੀਆਂ ਖਾਧੀਆਂ 2 ਮਹੀਨੇ ਹਲਵਾਈ ਤੋਂ, ਪੈਸੇ ਨਾ ਦਿੱਤੇ। ਤੇ ਜਦੋਂ ਬਿੱਲ ਵਾਵਾ ਬਣ ਗਿਆ ਤੇ ਹਲਵਾਈ ਕਹਿੰਦਾ ਪੈਸੇ ਦੇ ਓਏ, ਕਹਿੰਦਾ ਜਾ ਨਹੀਂ ਦਿੰਦੇ, ਜੋ ਮਰਜ਼ੀ ਕਰ ਲਾ। ਤਾਂ ਗੁਰੂ ਗੋਬਿੰਦ ਸਿੰਘ ਕੋ ਇਹ ਬਚਨ ਗਿਆ ਤੇ ਮਹਾਰਾਜ ਕਹਿੰਦੇ ਸੱਦੋ ਕਿੱਥੇ ਹੋ। ਆ ਗਿਆ ਪੱਠੇ ਪੁੱਠੇ ਪਾ ਕੇ, ਲਿਬੜਿਆ ਤਿਬੜਿਆ ਬ੍ਰਹਮ ਗਿਆਨੀ, ਅੰਦਰੋਂ ਸੋਹਣਾ ਬਾਹਰੋਂ ਲਿਬੜਿਆ। ਅੱਜ ਆਪਾਂ ਸਾਰੇ ਬਾਹਰੋਂ ਸੋਹਣੇ, ਅੰਦਰੋਂ ਖਰਾਬੀ ਆ। ਅੰਦਰ ਨਹੀਂ ਮਹਾਰਾਜ ਨਾਲ ਰਲਦੇ ਆ, ਬਾਹਰੋਂ ਤੇ ਬੜੇ ਆਪਾਂ ਅੱਖਾਂ ਉੱਖਾਂ ਮੀਟੀ ਦੀਆਂ, ਐਦਾਂ ਵੀ ਕਰੀਦਾ, ਪਰ ਅੰਦਰ ਫੇਰ ਨਹੀਂ ਗੱਲ ਮੰਨਦੀ। ਅੰਦਰ ਫੇਰ ਸ਼ੈਤਾਨ ਹੈ। ਕਈ ਵਾਰਾਂ ਤਾਂ ਇੱਦਾਂ ਲੱਗਦਾ ਵੀ ਇਹਨੂੰ ਤੇ ਰੱਬ ਹੀ ਪਾਇਆ, ਤੇ ਬਾਅਦ 'ਚ ਪਤਾ ਲੱਗਦਾ ਕੋਈ ਰੱਬ ਨਹੀਂ, ਇਹਦਾ ਅੰਦਰ ਕਈ ਕੁਝ ਲਈ ਬੈਠਾ। ਤੋ ਇਸ ਵੇਲੇ ਮਹਾਰਾਜ ਕਹਿੰਦੇ ਹਾਂ ਪੈਸੇ ਕਿੰਨੇ ਦੇਣੇ? ਉਹ ਹਲਵਾਈ ਆ ਕੇ ਬੈਠਾ, ਕਹਿੰਦੇ ਮਹਾਰਾਜ ਕਿੱਥੇ? ਜਦੋਂ ਉਹਨੇ ਵੇਖਿਆ ਤੇ ਉਹਨੇ ਅੱਖਾਂ ਜੀਆਂ ਕੱਢੀਆਂ, ਕਹਿੰਦਾ ਫਿਰ ਆ ਹੀ ਗਿਆ ਇੱਥੇ, ਚੱਲ ਆ ਜਾ ਫਿਰ, ਦੇਣੇ ਮੈਂ ਫੇਰ ਨਹੀਂ ਹੈ। ਮਹਾਰਾਜ ਕਹਿੰਦੇ ਕਿਉਂ ਨਹੀਂ ਪੈਸੇ ਦੇਣੇ ਵੀ ਤੂੰ? ਕਹਿੰਦੇ ਮਹਾਰਾਜ ਨਹੀਂ ਦੇਣੇ। ਮਹਾਰਾਜ ਕਹਿੰਦੇ ਸਿੱਖ ਦਾ ਕੰਮ ਨਹੀਂ ਕਿਸੇ ਦੀ ਮਾਇਆ ਮਾਰਨੀ, ਇੱਦਾਂ ਨਾ ਕਰ, ਦੇ ਦੇ। ਕਹਿੰਦਾ ਮਹਾਰਾਜ ਰੋਜ਼ ਨਿਤਨੇਮ ਕਰਦਾ ਮੈਂ। ਮਹਾਰਾਜ ਕਹਿੰਦੇ ਕਿ ਨਿਤਨੇਮ? ਕਹਿੰਦਾ ਪੈਸੇ ਨਾ ਦਿਓ। ਕਹਿੰਦਾ ਮਹਾਰਾਜ ਪੱਕਾ ਮੀਂਹ ਹਨੇਰੀ ਜਾਵੇ ਨਿਤਨੇਮ ਮੇਰਾ ਪੱਕਾ ਏ। ਕਹਿੰਦੇ ਵੀ ਨਿਤਨੇਮ ਕੀ? ਕਹਿੰਦਾ ਕਹਿੰਦੇ ਗੁਰੂ ਨਾਨਕ ਸਾਹਿਬ ਜਪਜੀ ਸਾਹਿਬ 'ਚ ਕਹਿੰਦੇ ਆ, ਕੇਤੇ ਲੈ ਲੈ ਮੁੱਕਰ ਪਾਏ। ਆਪਾਂ ਮੁੱਕਰ ਗਏ ਆ। ਮਹਾਰਾਜ ਹੱਸ ਪਏ, ਬੜੇ ਖੁਸ਼ ਹੋਏ। ਕਹਿੰਦੇ ਅਗਲੀ ਪੰਕਤੀ ਪੜ੍ਹ ਲਾ। ਕਹਿੰਦੇ ਗੁਰੂ ਗੋਬਿੰਦ ਸਿੰਘ ਇੱਕ ਗੱਲ ਪੁੱਛਾਂ, ਕਿਉਂਕਿ ਬਹੁਤ ਵੱਡੀ ਸੇਵਾ ਹੈ ਜੀ। ਗੁਰੂ ਗੋਬਿੰਦ ਸਿੰਘ ਦੇ ਨਾਲੋਂ ਉਮਰ 'ਚ ਵੱਡਾ ਏ, ਕਿਉਂਕਿ 6ਵੇਂ ਪਾਤਸ਼ਾਹ ਦੀ ਗੋਦੀ ਦਾ ਨਿੱਘ ਮਾਣਿਆ ਇਹਨੇ, ਤੇ 10ਵੇਂ ਪਾਤਸ਼ਾਹ ਦੇ ਸਾਹਮਣੇ ਖੜੋਤਾ। ਭਾਵੇਂ ਗੁਰੂ ਵੱਡਾ ਸਭ ਤੋਂ, ਪਰ ਮਹਾਰਾਜ ਕਦਰ ਕਰਦੇ ਉਮਰ ਦੇ ਲਿਹਾਜ਼ ਨਾਲ। ਮਹਾਰਾਜ ਕਹਿੰਦੇ ਮਹਾਂਪੁਰਖੋ ਦੱਸੋ। ਕਹਿੰਦੇ ਗੁਰੂ ਗੋਬਿੰਦ ਸਿੰਘ ਇੱਕ ਗੱਲ ਪੁੱਛਾਂ? ਮਹਾਰਾਜ ਕਹਿੰਦੇ ਪੁੱਛ। ਕਹਿੰਦੇ ਤੁਹਾਡੇ ਕਿੰਨੇ ਕੁ ਸਿੱਖ ਆ? ਕਿੰਨੀਆਂ ਕੁ ਸੰਗਤਾਂ ਤੁਹਾਨੂੰ ਪਿਆਰ ਕਰਦੀਆਂ? ਮਹਾਰਾਜ ਕਹਿੰਦੇ ਲੱਖਾਂ ਕਰੋੜਾਂ ਹੀ। ਕਹਿੰਦੇ ਮਹਾਰਾਜ ਫਿਰ ਮੇਰੀ ਇੱਕ ਹੋਰ ਬੇਨਤੀ। ਮਹਾਰਾਜ ਕਹਿੰਦੇ ਦੱਸ। ਕਹਿੰਦੇ ਅਗਲੀ ਪੰਕਤੀ ਜਿਹੜੀ ਨਾ ਕਿਸੇ ਹੋਰ ਤੋਂ ਪੜ੍ਹਾ ਲਓ, ਮੈਨੂੰ ਸਾਰੀ ਨਹੀਂ ਆਉਂਦੀ। ਮਹਾਰਾਜ ਕਹਿੰਦੇ ਕਿਉਂ? ਇਹਦੇ ਬਸ ਸਾਰਾ ਮੇਰੇ ਤੋਂ ਹੀ ਸੁਣਨਾ ਪਾਠ ਆ, ਕਿੰਨੇ ਬੈਠੇ ਆ। ਇੰਨਾ ਕਹਿ ਕੇ ਦੌੜ ਗਿਆ। ਸਤਿਗੁਰੂ ਹੱਸੇ, ਕਹਿੰਦੇ ਕੇਤੇ ਲੈ ਲੈ। ਕਹਿੰਦਾ ਅਗਲੀ ਇਹ ਪੜ੍ਹ ਦੇਣ, ਕੇਤੇ ਮੂਰਖ। ਮਹਾਰਾਜ ਸਾਹਿਬ ਜੀ ਨੇ ਆਪਣੀ ਜੇਬ ਚੋਂ ਜਿੰਨੇ ਪੈਸੇ ਸੀ ਸਾਰੇ ਦੇਤੇ। ਮਹਾਰਾਜ ਕਹਿੰਦੇ ਇਹ ਮੇਰਾ ਸਿੱਖ ਹੈ ਹੀ ਇੱਦਾਂ ਦਾ, ਇਹ ਸੰਗਤਾਂ ਨੂੰ ਖੁਸ਼ ਕਰਨ ਨਹੀਂ ਆਇਆ। ਇਹ ਕੋਈ ਰੱਬੀ ਰੂਹ ਗੁਰੂ ਹਰਗੋਬਿੰਦ ਸਾਹਿਬ ਨੇ ਭੇਜੀ ਹੈ। ਨਾ ਇਹਨੇ ਵਿਆਹ ਕਰਾਇਆ, ਨਾ ਇਹਨੂੰ ਕੋਈ ਘਰ ਦਾ ਲਾਲਚ। ਸੰਗਤ ਦਾ ਪੈਸਾ ਸੰਗਤ 'ਚ ਹੀ ਲਾ ਜਾਂਦਾ, ਸੰਗਤ ਨੂੰ ਦੇ ਜਾਂਦਾ। ਇੱਕ ਵਾਰੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੁਥਰਿਆ ਤੂੰ ਇੱਦਾਂ ਨਹੀਂ ਕਰਨਾ। ਬਾਬਾ ਬਿਧੀ ਚੰਦ ਨੂੰ ਵੀ ਮਹਾਰਾਜ ਕਹਿੰਦੇ ਬਿਧੀ ਚੰਦਾ ਚੋਰੀ ਨਹੀਂ ਕਰਿਆ ਕਰਨੀ। ਕਹਿੰਦੇ ਮਹਾਰਾਜ ਠੀਕ ਆ, ਨਹੀਂ ਕਰਦੇ। ਇਹ ਸੰਗਤ ਕਥਾ ਸੁਣਦੀ, ਕੀਰਤਨ, ਤੇ ਇਹਦੀ ਬਾਹਰ ਡਿਊਟੀ ਸੀ। ਇਹ ਬੈਠਾ ਬੈਠਾ ਵਿਹਲਾ, ਹੋਰ ਨਹੀਂ ਕੁਝ। ਤੇ ਕੀ ਕੀਤਾ ਵੀ ਸੰਗਤਾਂ ਦੀਆਂ ਜੁੱਤੀਆਂ ਇੱਕ ਦੂਜੇ ਨਾਲ ਵਟਾਤੀਆਂ। ਇੱਕ ਛਿੱਤਰ ਕਿਸੇ ਦਾ, ਦੂਜਾ ਕਿਸੇ ਦਾ ਜੋੜਤਾ। ਜਿੰਨੇ ਚਿਰ ਨੂੰ ਕਥਾ ਹੋਈ ਉਹ ਸਾਰੇ ਬਾਹਰ ਗਏ, ਤੇ ਉਹ ਇੱਕ ਜੋੜਾ ਹੋਰ ਤੇ ਇੱਕ ਹੋਰ। ਤੇ ਮਹਾਰਾਜ ਨੇ ਸੱਦਿਆ, ਕਹਿੰਦੇ ਉਹ ਇੱਧਰ ਆ, ਇਹ ਕੀ ਕੀਤਾ ਹੀ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੈਨੂੰ ਰੋਕਿਆ ਨਾ ਵੀ ਮਾੜੇ ਕੰਮ ਨਹੀਂ ਕਰਨੇ। ਕਹਿੰਦੇ ਮਹਾਰਾਜ ਤੁਸੀਂ ਚੋਰੀ ਤੋਂ ਰੋਕਿਆ, ਹੇਰਾ ਫੇਰੀ ਤੋਂ ਤਾਂ ਨਹੀਂ ਰੋਕਿਆ। ਕਹਿੰਦੇ ਮੈਂ ਹੇਰਾ ਫੇਰੀ ਕਰਤੀ, ਬੈਠਾ ਸੀ ਵਿਹਲਾ, ਮੈਂ ਕਿਹਾ ਚਲ ਕੁਝ ਨਾ ਕੁਝ ਕਰ ਹੀ ਲਈਏ। ਐਸੇ ਮਹਾਰਾਜ ਦੇ ਸਿੱਖ ਹੋਏ ਜਿਹੜੇ ਗੁਰੂ ਸਾਹਿਬ ਨੂੰ ਖੁਸ਼ ਕਰਨ ਦੇ ਬਦਲੇ ਵੀ ਇੱਦਾਂ ਕਰਦੇ ਸੀ। ਉਹਨਾਂ ਨੂੰ ਪਤਾ ਸੀ ਵੀ ਜਦੋਂ ਗੁਰੂ ਖੁਸ਼ ਹੁੰਦਾ ਤੇ ਫਿਰ ਉਹ ਵੀ ਕੰਮ ਹੋ ਜਾਂਦੇ ਜਿਹੜੇ ਕਿਤੇ ਨਹੀਂ ਹੋਣੇ ਹੁੰਦੇ। ਬਸ ਇੱਕ ਤਰੀਕਾ ਹੁੰਦਾ ਕਿਸੇ ਦਾ ਦਿਲ ਮੋਹਣ ਦਾ। ਤਾਂ ਗੁਰੂ ਸੱਚੇ ਪਾਤਸ਼ਾਹ ਵੀ ਆਪਣੇ ਸਿੱਖਾਂ ਦੇ ਕਾਰਜ ਸਵਾਰਦੇ ਆ। ਤਾਂ ਸੰਤ ਰੇਣ ਜੀ ਕਹਿੰਦੇ ਮਹਾਰਾਜ ਮੈਂ ਆਪਣੀ ਜ਼ਿੰਦਗੀ 'ਚ ਕਦੇ ਕਿਸੇ ਤੋਂ ਨਹੀਂ ਮੰਗਿਆ। ਸਤਿਗੁਰੂ ਅੱਜ ਤੁਸੀਂ ਆਪ ਹੀ ਆ ਗਏ ਤੇ ਮੰਗਣ ਦੀ ਇੱਛਾ ਖਤਮ ਹੋਈ। ਤੇ ਮੇਰੇ ਪਾਤਸ਼ਾਹ ਮਹਾਰਾਜ ਕਹਿੰਦੇ ਕੁਝ ਛਕੋ। ਕਹਿਣ ਲੱਗੇ ਮਹਾਰਾਜ
ਜੇ ਆਪ ਹੀ ਆ ਗਏ ਕਿਰਪਾ ਕਰਕੇ ਤੇ ਅੱਜ ਮਾਂ ਦਾ ਪਿਆਰ ਦਿਓ, ਫਿਰ ਅੱਜ ਪਿਓ ਦਾ ਪਿਆਰ ਦਿਓ। ਮੈਂ ਛੋਟਾ ਹੁੰਦਾ ਹੀ ਘਰ ਛੱਡ ਕੇ 5-6 ਸਾਲਾਂ ਦਾ ਹੀ ਵਿਰਾਗੀ ਹੋ ਗਿਆ, ਤੇ ਅੱਜ ਬੜੇ ਸਾਲਾਂ ਬਾਅਦ ਤੁਹਾਡੇ ਚੋਂ ਸਭ ਕੁਝ ਮਿਲਿਆ। ਗੁਰਦੇਵ ਮਾਤਾ, ਗੁਰਦੇਵ ਸਵਾਮੀ, ਅੱਜ ਗੁਰੂਦੇਵ ਗੁਰੂ ਨਾਨਕ ਸਾਹਿਬ ਜੇ ਕਿਰਪਾ ਕਰਨੀ ਆ ਨਾ, ਫਿਰ ਮੈਂ ਪੈਸੇ ਨਹੀਂ ਚੁੱਕਣੇ, ਤੁਸੀਂ ਆਪ ਹੀ ਜਲ ਪਾਣੀ ਲਿਆਓ, ਜੋ ਤੁਹਾਨੂੰ ਚੰਗਾ ਲੱਗਦਾ ਤੇ ਆਪਣੇ ਹੱਥਾਂ ਨਾਲ ਛਕਾਓ। ਅੱਜ ਮੈਂ ਬੱਚਾ ਬਣੂੰਗਾ, ਭਾਵੇਂ ਉਮਰ 'ਚ ਵੱਡਾ ਏ, ਪਰ ਤੁਸੀਂ ਅੱਜ ਮੇਰੇ ਵੱਡੇ ਬਣ ਕੇ ਮਾਂ ਪਿਓ ਮੈਨੂੰ ਆਪ ਛਕਾਓ। ਕਿੰਨੀ ਵੱਡੀ ਭਾਵਨਾ ਕਿ ਆਪਣੇ ਆਪ ਨੂੰ ਵੱਡੇ ਹੁੰਦਿਆਂ ਵੀ ਮਹਾਰਾਜ ਸੁਖਮਨੀ ਸਾਹਿਬ 'ਚ ਕਹਿੰਦੇ, ਆਪ ਸਕੋ ਜੋ ਜਾਣੈ ਸੋ ਗਣੀਐ, ਸਭ ਤੇ ਉੱਚਾ ਜਾ ਕਾ ਮਨ ਹੋਏ, ਸਬਦ ਕੀ ਨਾਮ ਹਰ ਹਰ ਨਾਮ ਘਟ ਚੀਨਾ, ਤਿੰਨ ਘਟ ਘਟ ਚੀਨਾ। ਮਨ ਆਪਣੇ ਤੇ ਪਟਾਨਾ, ਕਹਿੰਦੇ ਆਪਣੇ ਮਨ 'ਚੋਂ ਬੁਰਾ ਕੱਢ ਦੇ, ਕਿਸੇ ਦਾ ਬੁਰਾ ਨਾ ਸੋਚੀ, ਕਰਨਾ ਤੇ ਦੂਰ ਦੀ ਗੱਲ, ਸੋਚੀ ਬਣਾ। ਮਨ ਆਪਣੇ ਤੇ ਬੁਰਾ ਮਿਟਾਨਾ, ਪੇਖੈ ਸਗਲ ਸਿਰਤ ਸਾਜਨਾ। ਤੇ ਜੇ ਪੜ੍ਹ ਕੇ 25 ਸੁਖਮਨੀ ਸਾਹਿਬ ਤੇ ਮਨ 'ਚੋਂ ਕਿਸੇ ਦਾ ਬੁਰਾ ਹੀ, ਤੇ ਪੰਕਤੀ ਤੇ ਇੱਕ ਨਹੀਂ ਪੜ੍ਹੀ, ਫਿਰ ਤਾਂ ਕਾਹਦਾ ਸੁਖਮਨੀ ਸਾਹਿਬ ਕੀਤਾ, ਬਸ ਗਿਣਤੀ ਕੀਤੀ ਅੰਗਾਂ ਦੀ। ਤੋ ਇਸ ਕਰਕੇ ਮਹਾਰਾਜ ਕਹਿੰਦੇ, ਅੱਛਾ ਮਹੰਤ ਜੀ ਸਾਡੇ ਹੱਥੋਂ ਛਕਣਾ ਹੈ ਭਾਈ ਬਾਲਾ, ਹੁਣ ਇਹ ਤਾਂ ਕਾਰਜ ਕਰਨਾ ਪਵੇਗਾ। ਭਵੇ ਪਠਾਏ ਸ੍ਰੀ ਕਰਤਾਰਾ, ਤੈ ਕਰ ਸੁਖ ਸੋ ਕਰੋ ਆਹਾਰਾ। ਪਾਤਸ਼ਾਹ ਕਹਿੰਦੇ, ਲਓ ਮਹੰਤ ਜੀ ਤੁਹਾਡੇ ਬੋਲ ਅਸੀਂ ਪੂਰੇ ਕਰਾਂਗੇ, ਹੁਣ ਤੁਸੀਂ ਪੰਗਤ ਲਾ ਲਓ ਤੇ ਹੁਣ ਅਸੀਂ ਲਿਆ ਕੇ ਛਕਾਉਣੇ ਐ। ਹੁਣ ਮਹਾਰਾਜ ਸੱਚੇ ਪਾਤਸ਼ਾਹ ਸਾਰਾ ਸਾਜੋ ਸਮਾਨ, ਪਤਾ ਨਹੀਂ ਕੀ ਕੁਝ ਮਹਾਰਾਜ ਨੇ ਛਕਾਉਣਾ ਹੈ, ਉਹ ਕੱਲ ਦੇ ਦੀਵਾਨ ਵਿੱਚ ਸਾਂਝਾ ਕਰਾਂਗੇ। ਸਮਾਂ ਸੰਪੂਰਨ ਹੋ ਗਿਆ ਹੈ। ਇਹ ਸਾਰਾ ਕੁਝ ਉਹਨਾਂ ਨੂੰ ਮਿਲਦਾ ਜਿਨ੍ਹਾਂ ਦੇ ਵਿੱਚ ਨਿਮਰਤਾ ਹੈ, ਜਿਨ੍ਹਾਂ ਦੇ ਵਿੱਚ ਪਿਆਰ ਹੈ। ਆਓ ਜੀ, ਕੀ ਲੈਣਾ ਵੱਡਿਆਂ ਬਣ ਕੇ, ਗਰੀਬੀ ਚੰਗੀ ਹੁੰਦੀ ਆ। ਕੀ ਲੈਣਾ ਵੱਡਿਆਂ ਬਣ ਕੇ, ਗਰੀਬੀ ਚੰਗੀ ਹੁੰਦੀ ਆ। ਵੱਡਿਆਂ ਬਣ ਕੇ ਗਰੀਬੀ ਚੰਗੀ ਹੁੰਦੀ ਆ। ਕੀ ਲੈਣਾ ਵੱਡਿਆਂ ਬਣ ਕੇ, ਗਰੀਬੀ ਚੰਗੀ ਹੁੰਦੀ ਆ। ਕੀ ਲੈਣਾ ਰੱਬ ਜਦੋਂ ਵੀ ਗਿਆ ਗਰੀਬ ਦੇ ਘਰ, ਇਤਿਹਾਸ ਪੜ੍ਹ ਕੇ ਵੇਖ ਲਿਓ ਤ੍ਰੇਤੇ ਯੁੱਗ ਦਾ, ਰਾਮ ਜੀ ਭੀਲਣੀ ਦੇ ਕੋਲ ਗਏ। ਦੁਆਪਰ ਯੁੱਗ ਦਾ ਇਤਿਹਾਸ ਪੜ੍ਹਿਓ, ਕ੍ਰਿਸ਼ਨ ਭਗਵਾਨ ਜੀ ਬਿਦਰ ਦੇ ਘਰ ਗਏ। ਕਲ ਯੁੱਗ ਦਾ ਇਤਿਹਾਸ ਪੜ੍ਹਿਓ, ਮੇਰੇ ਨਾਨਕ ਜੀ ਲਾਲੋ ਦੀ ਝੁੱਗੀ 'ਚ ਗਏ। ਮਹਾਰਾਜ ਸੱਚੇ ਪਾਤਸ਼ਾਹ ਐਸੀ ਬਾਤ ਨਹੀਂ, ਕਈ ਅਮੀਰ ਹੋ ਕੇ ਵੀ ਗਰੀਬ ਆ। ਰਾਜਾ ਸ਼ਿਵਨਾਭ ਕਰੋੜਾਂ ਦਾ ਮਾਲਕ ਸੀ, ਪਰ ਉਹਦਾ ਅੰਦਰ ਗਰੀਬ ਸੀ, ਤੇ ਮਹਾਰਾਜ ਉਹਦੇ ਘਰ ਗਏ। ਰਾਏ ਬੁਲਾਰ 36,000 ਕਿੱਲੇ ਦਾ ਮਾਲਕ ਹੈ, ਪਾਕਿਸਤਾਨ ਦੀ ਧਰਤੀ। ਉਹਦਾ ਅੰਦਰ ਇੰਨਾ ਗਰੀਬ ਸੀ, ਮਹਾਰਾਜ ਸਾਹਿਬ ਇੱਕ ਰਾਤ ਪੂਰੀ ਉਹਦੇ ਘਰ ਰਹੇ। ਸਾਰੀ ਰਾਤ ਸੌਣ ਨਹੀਂ ਦਿੱਤਾ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ। ਉਹ ਕਹਿੰਦੇ ਮਹਾਰਾਜ ਆਰਾਮ ਕਰਨਾ ਏ, ਤੇ ਲਾਗੇ ਬੈਠਾ ਰੱਬ ਦਾ ਪਿਆਰਾ ਮਰਦਾਨਾ ਕਹਿੰਦਾ ਰਾਏ ਇਹ ਤੇ ਆਰਾਮ ਕਰਦਿਆਂ ਨੂੰ ਜਗਾਉਣ ਆਇਆ ਹੀ, ਵੀ ਬਥੇਰਾ ਸੌਂ ਲਿਆ ਕਈ ਜਨਮਾਂ ਦਾ, ਹੁਣ ਉੱਠ ਜਾ। ਇਸ ਕਰਕੇ ਗਰੀਬ ਨਵਾਜ ਪਾਤਸ਼ਾਹ ਦਇਆ ਦੇ ਸਾਗਰ ਨੇ ਸਾਧੂਆਂ ਨੂੰ ਭੋਜਨ ਛਕਾਉਣ ਦੀ ਤਿਆਰੀ ਕੀਤੀ ਹੈ। ਕੱਲ ਦੇ ਦੀਵਾਨ ਵਿੱਚ ਮਹਾਰਾਜ ਜੀ ਨੇ ਪਦਾਰਥ ਛਕਾਉਣੇ ਹੈ, ਤੇ ਸਾਧੂਆਂ ਨੇ ਛਕਣੇ ਹੈ, ਤੇ ਆਪਾਂ ਵੀ ਗੁਰੂ ਦਾ ਰਸ ਲੈਣਾ ਹੈ ਜੀ। ਹੁਣ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ 'ਚ ਕੀਰਤਨ ਦੀ ਪਰਵਾਹ ਚੱਲਣੇ ਹਨ। ਉਪਰੰਤ ਮਹਾਰਾਜ ਜੀ ਦੇ ਸੋਦਰ ਦੀ ਚੌਂਕੀ ਰਹਿਰਾਸ ਸਾਹਿਬ ਜਾਓ। ਗੁਰ ਸੰਗਤਾਂ ਨੂੰ ਬੇਨਤੀ ਹੈ ਕਿ ਜੋੜ ਮੇਲਾ ਆ ਚੱਲਿਆ ਹੈ। ਵੱਧ ਚੜ੍ਹ ਕੇ ਜਿੰਨਾ ਵੀ ਸੰਗਤਾਂ ਸਹਿਯੋਗ ਕਰ ਸਕਦੀਆਂ ਨੇ,
ਉਹ ਸਹਿਯੋਗ ਦੇਣ ਦਾ ਯਤਨ ਕਰਿਓ ਜੀ। ਵਾਹਿਗੁਰੂ ਜੀ ਕਾ